गुड मॉर्निंग प्यारे बच्चों। ਅੱਜ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਠ ਦੂਸਰਾ HTML ਫੰਡਾਮੈਂਟਲ ਭਾਗ 1 ਬਾਰੇ ਪੜਾਂਗੇ। HTML ਫੰਡਾਮੈਂਟਲ ਭਾਗ 1 ਵਿੱਚ ਅਸੀਂ ਹੇਠ ਲਿਖੇ ਟੌਪਿਕ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡਾ ਪਹਿਲਾ ਟੌਪਿਕ HTML ਕੀ ਹੈ, HTML ਦਾ ਇਤਿਹਾਸ ਕੀ ਹੈ, HTML ਡਾਕੂਮੈਂਟ ਦਾ ਬੇਸਿਕ ਢਾਂਚਾ ਕੀ ਹੈ, HTML ਡਾਕੂਮੈਂਟ ਕਿਵੇਂ ਬਣਾਇਆ ਜਾ ਸਕਦਾ ਹੈ, ਵੈਬ ਬਰਾਊਜ਼ਰ ਕੀ ਹੈ, HTML ਟੈਗਸ ਕੀ ਹੁੰਦੇ ਹਨ, ਐਟਰੀਬਿਊਟ ਕੀ ਹੁੰਦੇ ਹਨ, ਐਟਰੀਬਿਊਟ ਦੀ ਵਰਤੋਂ ਬੋਡੀ ਟੈਗ ਵਿੱਚ ਕਿਵੇਂ ਕੀਤੀ ਜਾਂਦੀ ਹੈ, HTML ਡਾਕੂਮੈਂਟ ਦੇ ਵਿੱਚ ਫਾਰਮੈਟਿੰਗ ਕਿਵੇਂ ਕਰ ਸਕਦੇ ਹਾਂ, ਲਿਸਟਾਂ ਕਿਵੇਂ ਬਣਾ ਸਕਦੇ ਹਾਂ, ਇਮੇਜ ਟੈਗ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ ਅਤੇ ਟੇਬਲ ਕਿਵੇਂ ਬਣਾ ਸਕਦੇ ਹਾਂ ਤੇ ਉਹਨਾਂ ਵਿੱਚ ਜਾਣਕਾਰੀ ਕਿਵੇਂ ਭਰ ਸਕਦੇ ਹਾਂ। ਬੱਚਿਓ, ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ HTML ਕੀ ਹੈ। HTML ਤੋਂ ਭਾਵ ਹੈ, ਇਸ ਦਾ ਪੂਰਾ ਨਾਮ ਹੈ H ਤੋਂ ਹਾਈਪਰ, T ਤੋਂ ਟੈਕਸਟ। ਪਹਿਲਾਂ ਅਸੀਂ ਹਾਈਪਰ ਟੈਕਸਟ ਬਾਰੇ ਜਾਣਾਂਗੇ। ਹਾਈਪਰ ਟੈਕਸਟ ਜਦੋਂ ਦੋ ਵੈਬ ਪੇਜ ਵਿੱਚ ਅਸੀਂ ਕਿਸੇ ਵਿਸ਼ੇਸ਼ ਟੈਕਸਟ ਦੇ ਨਾਲ ਇਸ ਨੂੰ ਜੋੜਦੇ ਹਾਂ ਤਾਂ ਜਦੋਂ ਯੂਜ਼ਰ ਉਸ ਟੈਕਸਟ ਉੱਪਰ ਕਲਿੱਕ ਕਰਦਾ ਹੈ ਤਾਂ ਦੂਸਰਾ ਵੈਬ ਪੇਜ ਖੁੱਲ੍ਹ ਜਾਂਦਾ ਹੈ। ਇਸ ਨੂੰ ਆਪਾਂ ਹਾਈਪਰ ਟੈਕਸਟ ਕਹਿੰਦੇ ਹਾਂ। ਹਾਈਪਰ ਟੈਕਸਟ ਨੂੰ ਹਾਈਪਰਲਿੰਕ ਅਤੇ ਐਂਕਰ ਟੈਕਸਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਹੈ M ਤੋਂ ਹੈ ਮਾਰਕਅਪ। ਮਾਰਕਅਪ ਤੋਂ ਭਾਵ ਹੈ ਟੈਗਸ। ਟੈਗਸ ਨੂੰ ਆਪਾਂ ਮਾਰਕਅਪ ਵੀ ਕਹਿੰਦੇ ਹਾਂ। ਮਾਰਕਅਪ ਜਾਂ ਟੈਗਸ ਦੀ ਵਰਤੋਂ ਨਾਲ ਅਸੀਂ ਆਪਣੇ ਵੈਬ ਪੇਜ ਦੇ ਵਿੱਚ ਜਾਣਕਾਰੀ ਨੂੰ ਕਿਵੇਂ ਉਸ ਵਿੱਚ ਪ੍ਰਦਰਸ਼ਿਤ ਕਰਨਾ ਹੈ, ਕਿਵੇਂ ਉਸ ਦੀ ਫਾਰਮੈਟਿੰਗ ਕਰਨੀ ਹੈ ਤੇ ਕਿਵੇਂ ਉਸ ਦੀ ਦਿੱਖ ਸੈੱਟ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਮਾਰਕਅਪ ਜਾਂ ਟੈਗਸ ਦੀ ਮਦਦ ਨਾਲ ਕਰਦੇ ਹਾਂ। ਉਸ ਤੋਂ ਬਾਅਦ ਹੈ ਲੈਂਗੁਏਜ। ਲੈਂਗੁਏਜ ਆਮ ਤੌਰ 'ਤੇ ਜਿਵੇਂ ਇੱਕ ਇਨਸਾਨ ਦੂਸਰੇ ਇਨਸਾਨ ਨਾਲ ਗੱਲ ਕਰਨ ਲੱਗੇ ਕਿਸੇ ਭਾਸ਼ਾ ਦਾ ਇਸਤੇਮਾਲ ਕਰਦਾ ਹੈ, ਠੀਕ ਉਸੇ ਤਰ੍ਹਾਂ HTML ਵੀ ਇੱਕ ਭਾਸ਼ਾ ਹੈ ਜਿਸ ਦੇ ਰਾਹੀਂ ਅਸੀਂ ਵੈਬ ਪੇਜ ਨੂੰ ਬਣਾ ਸਕਦੇ ਹਾਂ ਤੇ ਇਹਨਾਂ ਵੈਬ ਪੇਜਾਂ ਨੂੰ ਪੜ੍ਹਨ ਦੇ ਲਈ ਜਾਂ ਰੀਡ ਕਰਨ ਦੇ ਲਈ ਸਾਨੂੰ ਇੱਕ ਵੈਬ ਬਰਾਊਜ਼ਰ ਦੀ ਜ਼ਰੂਰਤ ਪੈਂਦੀ ਹੈ। ਉਸ ਤੋਂ ਬਾਅਦ HTML ਇੱਕ ਮਾਰਕਅਪ ਲੈਂਗੁਏਜ ਹੈ ਜਿਸ ਦੀ ਵਰਤੋਂ ਵੈਬ ਪੇਜ ਜਾਂ ਵੈਬ ਡਾਕੂਮੈਂਟ ਬਣਾਉਣ ਲਈ ਕੀਤੀ ਜਾਂਦੀ ਹੈ। ਤੇ ਇੱਥੇ ਵੈਬ ਪੇਜ ਕੀ ਹੈ? ਵੈਬ ਪੇਜ ਆਪਾਂ ਉਸ ਪੇਜ ਨੂੰ ਕਹਿੰਦੇ ਹਾਂ ਜਿਸ ਪੇਜ ਨੂੰ ਅਸੀਂ HTML ਭਾਸ਼ਾ ਦੀ ਮਦਦ ਨਾਲ ਤਿਆਰ ਕਰਦੇ ਹਾਂ। ਉਸ ਵਿੱਚ ਜੋ ਵੀ ਜਾਣਕਾਰੀ ਅਸੀਂ ਪ੍ਰਦਰਸ਼ਿਤ ਕਰਦੇ ਹਾਂ ਉਸ ਨੂੰ ਇੰਟਰਨੈਟ ਦੀ ਭਾਸ਼ਾ ਵਿੱਚ ਵੈਬ ਪੇਜ ਕਿਹਾ ਜਾਂਦਾ ਹੈ। HTML ਇੱਕ ਅਜਿਹੀ ਭਾਸ਼ਾ ਹੈ ਜੋ ਵੈਬ ਦੀ ਡਿਜ਼ਾਈਨਿੰਗ ਕਰਨ ਲਈ ਵਰਤੀ ਜਾਂਦੀ ਹੈ, ਜਿਸ ਦੇ ਰਾਹੀਂ ਅਸੀਂ ਟੈਕਸਟ, ਗ੍ਰਾਫਿਕ ਅਤੇ ਹੋਰ ਜਾਣਕਾਰੀ ਇਕੱਠੀ ਕਰਕੇ ਫਾਰਮੈਟਿੰਗ ਕਰ ਸਕਦੇ ਹਾਂ ਅਤੇ ਇੱਕ ਵੈਬ ਪੇਜ ਦਾ ਦੂਸਰੇ ਵੈਬ ਪੇਜ ਦੇ ਨਾਲ ਲਿੰਕ ਬਣਾ ਸਕਦੇ ਹਾਂ। ਇਸ ਤੋਂ ਇਲਾਵਾ HTML ਨੂੰ ਆਪਾਂ ਇੱਕ ਟੈਗ ਆਧਾਰਿਤ ਭਾਸ਼ਾ ਵੀ ਕਹਿੰਦੇ ਹਾਂ ਜੋ ਵੈਬ ਬਰਾਊਜ਼ਰ ਨੂੰ ਇਹ ਦੱਸਦੀ ਹੈ ਕਿ ਦਿੱਤੇ ਗਏ ਟੈਕਸਟ 'ਤੇ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ HTML ਦਸਤਾਵੇਜ਼ ਨੂੰ ਟੈਗ ਦੁਆਰਾ ਦਰਸਾਇਆ ਜਾਂਦਾ ਹੈ। ਹਰ ਇੱਕ HTML ਟੈਗ ਇੱਕ ਵੱਖਰੇ ਅਰਥ ਦਾ ਵਰਣਨ ਕਰਦਾ ਹੈ ਜਿਸ ਲਈ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ HTML ਦਾ ਇਤਿਹਾਸ ਕੀ ਹੈ। HTML ਦੀ ਸ਼ੁਰੂਆਤ ਸਾਲ 1990 ਵਿੱਚ ਟਿਮ ਬਰਨਰ-ਲੀ ਵੱਲੋਂ ਜਿਨੇਵਾ ਵਿਖੇ ਕੀਤੀ ਗਈ ਸੀ। ਜਿਵੇਂ ਕਿ ਤੁਸੀਂ ਸੱਜੇ ਪਾਸੇ ਹੇਠਾਂ ਫੋਟੋ ਦੇਖ ਰਹੇ ਹੋ, ਇਹ HTML ਸੰਸਥਾਪਕ ਨੇ ਜਿਨ੍ਹਾਂ ਨੇ HTML ਭਾਸ਼ਾ ਦੀ ਖੋਜ ਕੀਤੀ ਸੀ। ਸ਼ੁਰੂ ਵਿੱਚ HTML ਭਾਸ਼ਾ ਦੀ ਵਰਤੋਂ ਡਾਕੂਮੈਂਟ ਸ਼ੇਅਰ ਕਰਨ ਲਈ ਕੀਤੀ ਜਾਂਦੀ ਸੀ। ਡਾਕੂਮੈਂਟ ਸ਼ੇਅਰ ਕਰਨ ਤੋਂ ਭਾਵ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ HTML ਦੀ ਭਾਸ਼ਾ ਦੀ ਵਰਤੋਂ ਕਰਕੇ ਆਪਣੇ ਡਾਕੂਮੈਂਟ ਨੂੰ ਪਹੁੰਚਾਉਣਾ। ਬਾਅਦ ਵਿੱਚ HTML ਭਾਸ਼ਾ ਦੀ ਵਰਤੋਂ ਵੈਬ ਪੇਜ ਬਣਾਉਣ ਲਈ ਕੀਤੀ ਜਾਣ ਲੱਗ ਪਈ। ਹੁਣ ਸਮੇਂ ਦੇ ਦੌਰਾਨ ਇਸ ਦੇ ਵਿਕਾਸ ਦੀ ਜ਼ਿੰਮੇਵਾਰੀ ਵਰਲਡ ਵਾਈਡ ਵੈਬ ਕੰਸੋਰਟੀਅਮ ਕੋਲ ਹੈ। ਜੋ ਵੀ ਇਸ ਭਾਸ਼ਾ ਵਿੱਚ ਬਦਲਾਅ ਹੋ ਰਹੇ ਹਨ ਉਹ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਅਸੀਂ ਜਾਣਾਂਗੇ HTML ਦੀਆਂ ਵਿਸ਼ੇਸ਼ਤਾਵਾਂ ਕੀ ਹੈ। ਇਹ ਸੌਖੀ ਅਤੇ ਆਸਾਨ ਭਾਸ਼ਾ ਹੈ ਜਿਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਅਤੇ ਆਸਾਨੀ ਨਾਲ ਇਸ ਵਿੱਚ ਬਦਲਾਅ ਵੀ ਕੀਤੇ ਜਾ ਸਕਦੇ ਹਨ। ਦੂਸਰਾ, ਇਸ ਨੂੰ ਕਿਸੇ ਵੀ ਪਲੇਟਫਾਰਮ 'ਤੇ ਚਲਾਇਆ ਜਾ ਸਕਦਾ ਹੈ। ਪਲੇਟਫਾਰਮ ਦੇ ਇੱਥੇ ਭਾਵ ਹੈ ਚਾਹੇ ਤੁਸੀਂ ਮਾਈਕਰੋਸਾਫਟ, ਵਿੰਡੋ ਦੇ PC 'ਤੇ ਵੀ ਇਸ ਭਾਸ਼ਾ ਨੂੰ ਵਰਤ ਸਕਦੇ ਹੋ।
ਲਾਈਨੈਕਸ ਤੋਂ ਇਲਾਵਾ ਮੈਕ ਆਪਰੇਟਿੰਗ ਸਿਸਟਮ, ਕਿਸੇ ਵੀ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਤੇ ਇਸ ਭਾਸ਼ਾ ਨੂੰ ਚਲਾਇਆ ਜਾ ਸਕਦਾ ਹੈ ਅਤੇ ਉਸ ਤੇ ਇਹਨੂੰ ਵੇਖਿਆ ਜਾ ਸਕਦਾ ਹੈ। ਇਸ ਰਾਹੀਂ ਅਸੀਂ ਆਪਣੇ ਵੈਬ ਪੇਜ ਵਿੱਚ ਗ੍ਰਾਫਿਕ, ਵੀਡੀਓ, ਆਡੀਓ, ਇਮੇਜ ਆਦਿ ਨੂੰ ਸ਼ਾਮਲ ਕਰਕੇ ਵੈਬ ਪੇਜ ਨੂੰ ਹੋਰ ਵੀ ਆਕਰਸ਼ਿਤ ਬਣਾ ਸਕਦੇ ਹਾਂ। ਇਸ ਰਾਹੀਂ ਅਸੀਂ ਆਪਣੇ ਇੱਕ ਵੈਬ ਪੇਜ ਦਾ ਦੂਸਰੇ ਵੈਬ ਪੇਜ ਦੇ ਨਾਲ ਲਿੰਕ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਇਸ ਵਿੱਚ ਟੈਗ ਪਹਿਲਾਂ ਤੋਂ ਪਰਿਭਾਸ਼ਿਤ ਹੋਣ ਕਰਕੇ ਇਹਨਾਂ ਨੂੰ ਸਿੱਖਣਾ ਜਾਂ ਵਰਤਣਾ ਬਹੁਤ ਆਸਾਨ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ HTML ਇੱਕ ਕੇਸ ਸੈਂਸਿਟਿਵ ਭਾਸ਼ਾ ਹੈ। ਕੇਸ ਸੈਂਸਿਟਿਵ ਭਾਸ਼ਾ ਦਾ ਭਾਵ ਇਹ ਹੈ ਵੀ ਤੁਸੀਂ ਚਾਹੇ ਛੋਟੇ ਅੱਖਰਾਂ 'ਚ ਟੈਗਸ ਦੇ ਨਾਮ ਲਿਖੋ, ਚਾਹੇ ਵੱਡੇ ਅੱਖਰਾਂ 'ਚ ਲਿਖੋ, ਤਾਂ ਜਿਹੜਾ ਬਰਾਊਜ਼ਰ ਹੈ ਉਹ ਇਸ ਨੂੰ ਈਜ਼ੀਲੀ ਰੀਡ ਕਰ ਪਾਉਂਦਾ ਹੈ। ਉਸ ਤੋਂ ਬਾਅਦ ਹੈ HTML ਦੇ ਕੰਮ ਕਰਨ ਦਾ ਤਰੀਕਾ। ਇਹ ਇੱਕ ਮਾਰਕਅਪ ਲੈਂਗੁਏਜ ਹੈ ਜੋ ਕਿ ਟੌਪ ਡਾਊਨ ਅਪਰੋਚ ਨੂੰ ਲਾਗੂ ਕਰਦਾ ਹੈ। ਭਾਵ ਇਸ ਵਿੱਚ ਜਦੋਂ ਅਸੀਂ ਵੈਬ ਪੇਜ ਨੂੰ ਖੋਲ੍ਹਦੇ ਹਾਂ ਤਾਂ ਪਹਿਲਾਂ ਵੈਬ ਪੇਜ ਦਾ ਉੱਪਰਲਾ ਹਿੱਸਾ ਲੋਡ ਹੋਏਗਾ, ਫਿਰ ਹੇਠਲਾ ਹਿੱਸਾ ਲੋਡ ਹੁੰਦਾ ਹੈ। ਜਿਵੇਂ ਕਿ ਅਸੀਂ ਅੱਜ ਤੋਂ 4-5 ਸਾਲ ਅਗਰ ਪਿੱਛੇ ਚਲੇ ਜਾਈਏ ਤਾਂ ਜਦੋਂ ਆਪਾਂ ਕਿਸੇ ਵੈਬਸਾਈਟ ਨੂੰ ਓਪਨ ਕਰਦੇ ਸੀ ਤਾਂ ਵੈਬਸਾਈਟ ਦਾ ਜਿਹੜਾ ਪਹਿਲਾ ਪੇਜ ਹੈ, ਪਹਿਲਾਂ ਉਸ ਪੇਜ ਦਾ ਉੱਪਰਲਾ ਹਿੱਸਾ ਡਾਊਨਲੋਡ ਹੁੰਦਾ ਸੀ, ਫਿਰ ਉਸ ਤੋਂ ਬਾਅਦ ਉਸ ਦਾ ਹੇਠਲਾ ਹਿੱਸਾ ਹੌਲੀ ਹੌਲੀ ਕਰਕੇ ਲੋਡ ਹੋਣਾ ਸ਼ੁਰੂ ਹੋ ਜਾਂਦਾ ਸੀ। ਉਸ ਤੋਂ ਇਲਾਵਾ ਜੇਕਰ ਆਪਾਂ ਕੋਈ ਇਮੇਜ ਲੋਡ ਕਰਦੇ ਸੀ ਜਾਂ ਡਾਊਨਲੋਡ ਕਰਦੇ ਸੀ ਤਾਂ ਇਮੇਜ ਦਾ ਪਹਿਲਾਂ ਉੱਪਰਲਾ ਹਿੱਸਾ ਲੋਡ ਹੁੰਦਾ ਸੀ, ਫਿਰ ਵਿਚਕਾਰਲਾ, ਫਿਰ ਲਾਸਟ ਵਾਲਾ। ਇਸ ਕਰਕੇ ਇਸ ਟੈਕਨੀਕ ਨੂੰ ਆਪਾਂ ਕਹਿੰਦੇ ਹਾਂ ਟੌਪ ਡਾਊਨ ਅਪਰੋਚ। ਮਤਲਬ ਪਹਿਲਾਂ ਉੱਪਰਲਾ ਹਿੱਸਾ ਡਾਊਨਲੋਡ ਹੋਏਗਾ, ਫਿਰ ਵਿਚਕਾਰਲਾ, ਫਿਰ ਹੇਠਲਾ। ਪਰ ਅੱਜ ਕੱਲ੍ਹ ਇੰਟਰਨੈਟ ਦੀ ਸਪੀਡ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ, ਮਹਿਸੂਸ ਹੀ ਨਹੀਂ ਹੁੰਦਾ ਕਿ ਜਿਹੜਾ ਵੈਬ ਪੇਜ ਹੈ ਉਹਨੂੰ ਕਿੰਨਾ ਸਮਾਂ ਲੱਗਾ ਹੋਏਗਾ। ਉਹ ਮਿੰਟਾਂ ਸਕਿੰਟਾਂ 'ਚ ਸਾਡੀ ਸਕਰੀਨ ਦੇ ਸਾਹਮਣੇ ਉਹ ਵੈਬ ਪੇਜ ਜਿਹੜਾ ਉਹ ਪੇਸ਼ ਹੋ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਜਾਣਾਂਗੇ ਵੈਬ ਪੇਜ ਦੀ ਵਰਤੋਂ ਜਾਂ ਐਪਲੀਕੇਸ਼ਨ ਕੀ ਹੈ। ਵੈਬ ਪੇਜ ਦੀ ਵਰਤੋਂ ਵੈਬ ਪੇਜ ਡਿਵੈਲਪਮੈਂਟ 'ਚ ਕੀਤੀ ਜਾਂਦੀ ਹੈ, ਨੈਵੀਗੇਸ਼ਨ ਤੋਂ ਇਲਾਵਾ ਗੇਮ ਡਿਵੈਲਪਮੈਂਟ 'ਚ, ਰਿਸਪੌਂਸ, ਗ੍ਰਾਫਿਕਸ ਅਤੇ ਵੈਬ ਡਾਕੂਮੈਂਟ ਫਾਰਮੈਟਿੰਗ ਕਰਨ ਲਈ ਵੀ HTML ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਬੱਚਿਓ ਹੁਣ ਅਸੀਂ ਜਾਣਾਂਗੇ ਵੈਬ ਪੇਜ ਕੀ ਹੈ। ਜਿੱਦਾਂ ਕਿ ਅਸੀਂ ਪਿੱਛੇ ਹੁਣ ਤੱਕ ਪੜ੍ਹਦੇ ਆ ਰਹੇ ਹਾਂ ਕਿ HTML ਭਾਸ਼ਾ ਦੀ ਵਰਤੋਂ ਵੈਬ ਪੇਜ ਬਣਾਉਣ ਲਈ ਕੀਤੀ ਜਾਂਦੀ ਹੈ। ਹੁਣ ਅਸੀਂ ਪੜ੍ਹਾਂਗੇ ਵੈਬ ਪੇਜ ਹੈ ਕੀ ਹੈ। ਵੈਬ ਪੇਜ ਇੰਟਰਨੈਟ 'ਤੇ ਉਪਲਬਧ ਇੱਕ HTML ਡਾਕੂਮੈਂਟ ਹੁੰਦਾ ਹੈ ਜਾਂ ਦਸਤਾਵੇਜ਼ ਹੁੰਦਾ ਹੈ ਜਿਸ ਨੂੰ ਵੈਬ ਬਰਾਊਜ਼ਰ ਦੁਆਰਾ ਪੜ੍ਹਿਆ ਜਾਂਦਾ ਹੈ। ਹਰੇਕ ਵੈਬ ਪੇਜ ਦਾ ਆਪਣਾ ਵੈਬ ਐਡਰੈਸ ਹੁੰਦਾ ਹੈ ਜਿਸ ਦੇ ਰਾਹੀਂ ਕੋਈ ਵੀ ਇਸ ਤੱਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਵੈਬ ਪੇਜ ਵਿੱਚ ਟੈਕਸਟ ਦੇ ਨਾਲ ਗ੍ਰਾਫਿਕਸ, ਆਡੀਓ, ਵੀਡੀਓ, ਹਾਈਪਰਲਿੰਕ ਅਤੇ ਹੋਰ ਸੂਚਨਾ ਸ਼ਾਮਲ ਹੁੰਦੀ ਹੈ। ਉਸ ਤੋਂ ਬਾਅਦ ਹੁਣ ਬੱਚਿਓ ਅਸੀਂ ਪੜ੍ਹਾਂਗੇ ਵੈਬਸਾਈਟ ਕੀ ਹੈ। ਜਿਵੇਂ ਕਿ ਅਸੀਂ ਹੁਣੇ ਪੜ੍ਹਿਆ ਵੈਬ ਪੇਜ ਕੀ ਹੈ, ਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜ ਦੇ ਸਮੂਹ ਨੂੰ ਅਸੀਂ ਕਹਿੰਦੇ ਹਾਂ ਵੈਬਸਾਈਟ ਕਹਿੰਦੇ ਹਾਂ। ਤਾਂ ਵੈਬਸਾਈਟ ਵੈਬ ਪੇਜਾਂ ਦੇ ਸਮੂਹ ਨੂੰ ਕਹਿੰਦੇ ਹਨ। ਇੱਕ ਵੈਬਸਾਈਟ ਵਿੱਚ ਬਹੁਤ ਸਾਰੇ ਵੈਬ ਪੇਜ ਹੁੰਦੇ ਹਨ ਅਤੇ ਹਰ ਇੱਕ ਵੈਬ ਪੇਜ ਵਿੱਚ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ। ਵੈਬਸਾਈਟ ਦੇ ਮੁੱਖ ਪੇਜ ਨੂੰ ਹੋਮ ਪੇਜ ਕਿਹਾ ਜਾਂਦਾ ਹੈ, ਜਿਸ ਵਿੱਚ ਕਈ ਵੈਬ ਪੇਜਾਂ ਦੇ ਲਿੰਕ ਦਿੱਤੇ ਗਏ ਹੁੰਦੇ ਹਨ ਜਿਨ੍ਹਾਂ ਉੱਪਰ ਅਸੀਂ ਕਲਿੱਕ ਕਰਕੇ ਵੈਬ ਪੇਜਾਂ ਨੂੰ ਖੋਲ੍ਹ ਸਕਦੇ ਹਾਂ। ਹਰ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ ਜਿਸ ਨੂੰ URL ਕਿਹਾ ਜਾਂਦਾ ਹੈ। ਅਸੀਂ ਇਸ URL ਰਾਹੀਂ ਕਿਸੇ ਵੀ ਵੈਬਸਾਈਟ ਤੱਕ ਪਹੁੰਚ ਸਕਦੇ ਹਾਂ। ਸੋ URL ਹੁੰਦਾ ਕੀ ਹੈ, ਜਿੱਦਾਂ ਅਸੀਂ ਗੂਗਲ ਇੱਕ ਸਾਡੇ ਕੋਲ ਕੀ ਹੈ ਸਰਚ ਇੰਜਨ ਹੈ, ਤਾਂ ਗੂਗਲ ਸਰਚ ਇੰਜਨ ਰਾਹੀਂ ਅਸੀਂ ਕਿਸੇ ਵੀ ਵਿਸ਼ੇ 'ਤੇ ਕੋਈ ਵੀ ਜਿਹੜਾ ਟੌਪਿਕ ਹੈ ਉਹ ਆਰਾਮ ਨਾਲ ਸਰਚ ਕਰ ਸਕਦੇ ਹਾਂ। ਤਾਂ ਗੂਗਲ ਦਾ URL ਸਾਡੇ ਲਈ ਕੀ ਹੋਏਗਾ www.google.com। ਤਾਂ ਜਿਹੜਾ ਐਡਰੈਸ ਇਹਨੂੰ ਆਪਾਂ ਕੀ ਕਹਾਂਗੇ URL, ਯੂਨੀਵਰਸਲ ਰਿਸੋਰਸ ਲੋਕੇਟਰ। ਉਸ ਤੋਂ ਬਾਅਦ ਅਸੀਂ ਹੁਣ ਪੜ੍ਹਾਂਗੇ ਵੈਬ ਬਰਾਊਜ਼ਰ ਕੀ ਹੈ। ਸੋ ਵੈਬ ਬਰਾਊਜ਼ਰ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਇੰਟਰਨੈਟ ਵਿੱਚ ਮੌਜੂਦ ਵੈਬ ਪੇਜਾਂ ਨੂੰ ਯੂਜ਼ਰ ਲਈ ਸਰਚ ਕਰਕੇ ਮਨੁੱਖੀ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ। ਇਹਨਾਂ ਵੈਬ ਪੇਜਾਂ ਵਿੱਚ ਮੌਜੂਦ ਜਾਣਕਾਰੀ ਵਿੱਚ ਗ੍ਰਾਫਿਕਸ, ਮਲਟੀਮੀਡੀਆ, ਸਧਾਰਨ ਟੈਕਸਟ ਸ਼ਾਮਲ ਹੁੰਦਾ ਹੈ। ਇੱਕ ਵੈਬ ਬਰਾਊਜ਼ਰ ਵੈਬ ਨਿਯਮਾਂ ਦੇ ਅਨੁਸਾਰ ਵੈਬ ਪੇਜਾਂ ਤੋਂ ਡਾਟਾ ਪ੍ਰਾਪਤ ਕਰਦਾ ਹੈ। ਸੋ ਕਹਿਣ ਦਾ ਭਾਵ ਵੈਬ ਬਰਾਊਜ਼ਰ ਦਾ ਜਿਹੜਾ ਮੇਨ ਕੰਮ ਕੀ ਹੈ,
ਜਦੋਂ ਵੀ ਅਸੀਂ ਕਿਸੇ HTML ਪੇਜ ਨੂੰ ਜਿਹੜਾ ਵੈਬ ਪੇਜ ਨੂੰ ਓਪਨ ਕਰਦੇ ਹਾਂ ਤਾਂ ਵੈਬ ਬਰਾਊਜ਼ਰ ਕੀ ਕਰਦਾ ਹੈ, ਉਸ ਵੈਬ ਪੇਜ ਵਿੱਚ ਜਿੰਨੇ ਵੀ ਟੈਗਸ ਹੈ ਉਹਨਾਂ ਨੂੰ ਸਮਝ ਕੇ ਉਹਨਾਂ ਦਾ ਜਿਹੜਾ ਮੀਨਿੰਗ ਜਿਹੜੇ ਹੁੰਦੇ ਆ ਉਹ ਸਮਝ ਕੇ ਵੈਬ ਪੇਜ ਤੇ ਸਿਰਫ ਉਹੀ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ ਜੋ ਯੂਜ਼ਰ ਨੂੰ ਸਮਝ ਆ ਸਕੇ। ਇਸ ਤੋਂ ਇਲਾਵਾ ਵੈਬ ਬਰਾਊਜ਼ਰ ਦੇ ਕੁਝ ਮੁੱਖ ਜਿਹੜੇ ਵੈਬ ਬਰਾਊਜ਼ਰ ਜਿਹੜੇ ਜ਼ਿਆਦਾ ਵਰਤੇ ਜਾਂਦੇ ਹਨ ਉਹ ਹੇਠ ਲਿਖੇ ਹਨ, ਜਿਵੇਂ ਹੈਗਾ ਓਪੇਰਾ, ਗੂਗਲ ਕਰੋਮ, ਸਫਾਰੀ, ਮੋਜ਼ੀਲਾ ਫਾਇਰਫੌਕਸ, ਇੰਟਰਨੈਟ ਐਕਸਪਲੋਰਰ, ਮਾਈਕਰੋਸਾਫਟ ਐਡ। ਇਹ ਕੁਝ ਮੁੱਖ ਵੈਬ ਬਰਾਊਜ਼ਰ ਹੈ ਜਿਨ੍ਹਾਂ ਦੀ ਵਰਤੋਂ ਯੂਜ਼ਰ ਵੱਲੋਂ ਜ਼ਿਆਦਾ ਕੀਤੀ ਜਾਂਦੀ ਹੈ। ਹੁਣ ਅਸੀਂ ਇਹਨਾਂ ਵੈਬ ਬਰਾਊਜ਼ਰ ਬਾਰੇ ਵਿਸਤਾਰ ਨਾਲ ਪੜ੍ਹਾਂਗੇ। ਸੋ ਪਹਿਲਾ ਵੈਬ ਬਰਾਊਜ਼ਰ ਸਾਡੇ ਕੋਲ ਹੈਗਾ ਓਪੇਰਾ। ਓਪੇਰਾ ਇੱਕ ਪੁਰਾਣਾ ਵੈਬ ਬਰਾਊਜ਼ਰ ਹੈ। ਇਸ ਬਰਾਊਜ਼ਰ ਨੂੰ ਓਪੇਰਾ ਸੌਫਟਵੇਅਰ ਵੱਲੋਂ ਬਣਾਇਆ ਗਿਆ ਹੈ ਅਤੇ ਸਾਲ 1990 ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਬਰਾਊਜ਼ਰ ਨੂੰ ਮਾਈਕਰੋਸਾਫਟ ਵਿੰਡੋ, ਲਾਈਨੈਕਸ, ਮੈਕਿਨਟੋਸ਼ ਵਰਗੇ ਆਪਰੇਟਿੰਗ ਸਿਸਟਮ ਲਈ ਬਣਾਇਆ ਗਿਆ ਸੀ। ਇਹ ਬਰਾਊਜ਼ਰ 50 ਤੋਂ ਜ਼ਿਆਦਾ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਦੂਸਰਾ ਹੈ ਗੂਗਲ ਕਰੋਮ। ਗੂਗਲ ਨੇ ਸਾਲ 2008 ਵਿੱਚ ਗੂਗਲ ਕਰੋਮ ਬਰਾਊਜ਼ਰ ਨੂੰ ਲਾਂਚ ਕੀਤਾ ਸੀ। ਗੂਗਲ ਕਰੋਮ ਬਰਾਊਜ਼ਰ ਨੂੰ ਕਰੋਮ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਬਰਾਊਜ਼ਰ ਨੂੰ ਮਾਈਕਰੋਸਾਫਟ ਵਿੰਡੋ, ਲਾਈਨੈਕਸ, ਮੈਕਿਨਟੋਸ਼ ਵਰਗੇ ਆਪਰੇਟਿੰਗ ਸਿਸਟਮ ਲਈ ਬਣਾਇਆ ਗਿਆ ਹੈ। ਇਹ ਬਰਾਊਜ਼ਰ 50 ਤੋਂ ਜ਼ਿਆਦਾ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਤੀਸਰਾ ਵੈਬ ਬਰਾਊਜ਼ਰ ਸਾਡੇ ਕੋਲ ਸਫਾਰੀ। ਸਫਾਰੀ ਵੈਬ ਬਰਾਊਜ਼ਰ ਨੂੰ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਵੱਲੋਂ ਬਣਾਇਆ ਗਿਆ ਸੀ। ਇਹ ਬਰਾਊਜ਼ਰ ਨੂੰ ਮਾਈਕਰੋਸਾਫਟ ਵਿੰਡੋ, ਲਾਈਨੈਕਸ, ਮੈਕਿਨਟੋਸ਼ ਵਰਗੇ ਆਪਰੇਟਿੰਗ ਸਿਸਟਮ ਲਈ ਉਪਲਬਧ ਕਰਵਾਇਆ ਗਿਆ ਹੈ। ਚੌਥਾ ਸਾਡੇ ਕੋਲ ਵੈਬ ਬਰਾਊਜ਼ਰ ਹੈ ਮੋਜ਼ੀਲਾ ਫਾਇਰਫੌਕਸ। ਮੋਜ਼ੀਲਾ ਫਾਇਰਫੌਕਸ ਬਰਾਊਜ਼ਰ ਡੈਸਕਟਾਪ ਯੂਜ਼ਰ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਬਰਾਊਜ਼ਰ ਨੂੰ ਮਾਈਕਰੋਸਾਫਟ ਵਿੰਡੋ, ਲਾਈਨੈਕਸ, ਮੈਕਿਨਟੋਸ਼ ਵਰਗੇ ਆਪਰੇਟਿੰਗ ਸਿਸਟਮ ਲਈ ਬਣਾਇਆ ਗਿਆ ਹੈ, ਪਰ ਮੋਬਾਈਲ ਯੂਜ਼ਰ ਵਿੱਚ ਇਹ ਬਰਾਊਜ਼ਰ ਬਹੁਤ ਘੱਟ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਪੰਜਵਾਂ ਵੈਬ ਬਰਾਊਜ਼ਰ ਹੈ ਸਾਡੇ ਕੋਲ ਇੰਟਰਨੈਟ ਐਕਸਪਲੋਰਰ। ਇੰਟਰਨੈਟ ਐਕਸਪਲੋਰਰ ਮਾਈਕਰੋਸਾਫਟ ਵੱਲੋਂ ਵਿੰਡੋ ਆਪਰੇਟਿੰਗ ਸਿਸਟਮ ਦੀ ਵਰਤੋਂ ਕਰਨ ਵਾਲੇ ਯੂਜ਼ਰ ਲਈ ਡਿਫਾਲਟ ਬਰਾਊਜ਼ਰ ਹੈ। ਇਸ ਨੂੰ IE ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਬਰਾਊਜ਼ਰ ਨੂੰ ਸੁਰੱਖਿਅਤ ਅਤੇ ਤੇਜ਼ ਬਰਾਊਜ਼ਰ ਮੰਨਿਆ ਜਾਂਦਾ ਹੈ। ਇਸ ਨੂੰ ਸਾਲ 1995 ਵਿੱਚ ਲਾਂਚ ਕੀਤਾ ਗਿਆ ਸੀ। ਇਹ ਜਿਹੜਾ ਬਰਾਊਜ਼ਰ ਹੈ ਇਹ ਮਾਈਕਰੋਸਾਫਟ ਦੇ ਜਿੰਨੇ ਵੀ ਆਪਰੇਟਿੰਗ ਸਿਸਟਮ ਆਉਂਦੇ ਉਹਨਾਂ ਵਿੱਚ ਪਹਿਲਾਂ ਤੋਂ ਹੀ ਡਿਫਾਲਟ ਲੋਡਡ ਹੁੰਦਾ ਹੈ। ਸਾਨੂੰ ਐਕਸਟਰਾ ਇਸ ਬਰਾਊਜ਼ਰ ਨੂੰ ਵੱਖਰੇ ਤੌਰ ਤੇ ਲੋਡ ਨਹੀਂ ਕਰਨਾ ਪੈਂਦਾ। ਉਸ ਤੋਂ ਬਾਅਦ ਹੈ ਮਾਈਕਰੋਸਾਫਟ ਐਜ। ਮਾਈਕਰੋਸਾਫਟ ਐਜ ਇੰਟਰਨੈਟ ਐਕਸਪਲੋਰਰ ਦਾ ਐਡਵਾਂਸ ਵਰਜ਼ਨ ਹੈ। ਮਾਈਕਰੋਸਾਫਟ ਐਜ ਜਿਹੜਾ ਵੈਬ ਬਰਾਊਜ਼ਰ ਹੈ ਇਹ ਵਿੰਡੋ 10 ਜਾਂ ਵਿੰਡੋ 10 ਦੇ ਜਿਹੜੇ ਅਪਡੇਟਡ ਵਰਜ਼ਨ ਹੈ ਉਹ ਸਾਰਿਆਂ ਵਿੱਚ ਇਹ ਬਾਈ ਡਿਫਾਲਟ ਆ ਰਿਹਾ ਹੈ। ਇਸ ਵੈਬ ਬਰਾਊਜ਼ਰ ਨੂੰ ਵੀ ਅਸੀਂ ਵੱਖਰੇ ਵੱਖਰੇ ਪਲੇਟਫਾਰਮ ਤੇ ਰਨ ਕਰ ਸਕਦੇ ਹਾਂ। ਉਸ ਤੋਂ ਬਾਅਦ ਬੱਚੇ ਹੁਣ ਅਸੀਂ ਜਾਣਾਂਗੇ ਕਿ ਵੈਬ ਪੇਜ ਨੂੰ ਅਸੀਂ ਇੰਟਰਨੈਟ ਦੇ ਉੱਪਰ ਕਿਵੇਂ ਖੋਲ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਸਟੈਪ ਪੜਾਂਗੇ ਵੈਬ ਪੇਜ ਨੂੰ ਕਿਵੇਂ ਖੋਲ ਸਕਦੇ ਹਾਂ। ਸਭ ਤੋਂ ਪਹਿਲਾ ਸਟੈਪ ਹੈ ਵੈਬ ਪੇਜ ਨੂੰ ਖੋਲ੍ਹਣ ਲਈ ਆਪਣੇ ਕੰਪਿਊਟਰ ਸਿਸਟਮ ਤੇ ਕੋਈ ਵੀ ਵੈਬ ਬਰਾਊਜ਼ਰ ਜਿਹੜੇ ਆਪਾਂ ਹੁਣੇ ਪਿੱਛੇ ਪੜ੍ਹੇ ਸੀਗੇ ਉਹਨਾਂ ਵਿੱਚੋਂ ਜੋ ਵੀ ਵੈਬ ਬਰਾਊਜ਼ਰ ਤੁਹਾਡੇ ਕੰਪਿਊਟਰ 'ਚ ਮੌਜੂਦ ਹੈ ਉਸ 'ਤੇ ਕਲਿੱਕ ਕਰੋ। ਬਰਾਊਜ਼ਰ ਦੀ ਸਰਚ ਬਾਰ ਵਿੱਚ URL ਟਾਈਪ ਕਰੋ। URL ਹੁਣੇ ਅਸੀਂ ਪੜ੍ਹ ਚੁੱਕੇ ਹਾਂ ਯੂਨੀਫਾਰਮ ਰਿਸੋਰਸ ਲੋਕੇਟਰ। URL ਸਾਨੂੰ ਦੱਸਦਾ ਹੈ ਕਿ ਜਿਸ ਵੀ ਵੈਬਸਾਈਟ ਨੂੰ ਅਸੀਂ ਖੋਲ੍ਹਣਾ ਚਾਹੁੰਦੇ ਹਾਂ ਉਸ ਦਾ ਐਡਰੈਸ ਕੀ ਹੈ ਤਾਂ ਕਿ ਅਸੀਂ ਉਸ ਵੈਬਸਾਈਟ ਤੱਕ ਪਹੁੰਚ ਕਰ ਸਕੀਏ। ਜਦੋਂ ਅਸੀਂ URL ਲਿਖ ਲਾਂਗੇ ਫਿਰ ਐਂਟਰ ਕੀ ਜਾਂ ਓਕੇ ਬਟਨ ਨੂੰ ਦਬਾਓ। ਉਸ ਤੋਂ ਬਾਅਦ ਬੱਚੇ ਹੁਣ ਅਸੀਂ ਵੈਬ ਬਰਾਊਜ਼ਰ ਦੀ ਮਦਦ ਨਾਲ ਕਿਸੇ ਵੈਬਸਾਈਟ ਦੇ URL ਨੂੰ ਟਾਈਪ ਕਰਕੇ ਉਸ ਵੈਬਸਾਈਟ ਤੱਕ ਪਹੁੰਚ ਕਰਨਾ ਸਿੱਖਾਂਗੇ ਕਿ ਅਸੀਂ ਉਸ URL ਨੂੰ ਟਾਈਪ ਕਰਕੇ ਕਿਵੇਂ ਕਿਸੇ ਵੀ ਵੈਬਸਾਈਟ ਨੂੰ ਓਪਨ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਕੰਪਿਊਟਰ ਦੀ ਡੈਸਕਟਾਪ ਸਕਰੀਨ ਦੇਖ ਰਹੇ ਹੋ। ਇਸ ਕੰਪਿਊਟਰ ਡੈਸਕਟਾਪ ਦੀ ਸਕਰੀਨ ਤੇ ਦੋ ਵੈਬ ਬਰਾਊਜ਼ਰ ਦੇ ਆਈਕਨ ਮੌਜੂਦ ਹਨ। ਪਹਿਲਾ ਹੈ ਗੂਗਲ ਕਰੋਮ, ਦੂਸਰਾ ਹੈ ਮਾਈਕਰੋਸਾਫਟ ਐਜ। ਇਹਨਾਂ ਦੋਨਾਂ ਵਿੱਚੋਂ ਕਿਸੇ ਵੀ ਵੈਬ ਬਰਾਊਜ਼ਰ ਦੀ ਵਰਤੋਂ ਕਰਕੇ ਅਸੀਂ ਕਿਸੇ ਵੈਬਸਾਈਟ ਨੂੰ ਖੋਲ੍ਹ ਸਕਦੇ ਹਾਂ। ਸਭ ਤੋਂ ਪਹਿਲਾਂ ਗੂਗਲ ਕਰੋਮ ਤੇ ਡਬਲ ਕਲਿੱਕ ਕਰੋ। ਡਬਲ ਕਲਿੱਕ ਕਰਨ ਤੋਂ ਬਾਅਦ ਵੈਬ ਬਰਾਊਜ਼ਰ ਦੀ ਸਕਰੀਨ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਤਰ੍ਹਾਂ ਖੁੱਲ ਜਾਏਗੀ। ਇਸ ਦੇ ਉੱਪਰ
ਆ ਜਿਹੜੀ ਬਾਰ ਵੇਖ ਰਹੇ ਹੋ ਇਸ ਨੂੰ ਆਪਾਂ ਕਹਿੰਦੇ ਆ ਐਡਰੈਸ ਬਾਰ। ਇਸ ਐਡਰੈਸ ਬਾਰ ਵਿੱਚ ਤੁਸੀਂ ਉਸ ਵੈਬਸਾਈਟ ਦਾ ਐਡਰੈਸ ਟਾਈਪ ਕਰੋਗੇ ਜਿਸ ਨੂੰ ਤੁਸੀਂ ਖੋਲ੍ਹਣਾ ਚਾਹੁੰਦੇ ਹੋ। ਮੰਨ ਲਓ ਅਸੀਂ ਗੂਗਲ ਸਰਚ ਇੰਜਨ ਨੂੰ ਓਪਨ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਗੂਗਲ ਸਰਚ ਇੰਜਨ ਦਾ ਵੈਬ ਐਡਰੈਸ ਲਿਖਾਂਗੇ www.google.com। ਲਿਖਣ ਤੋਂ ਬਾਅਦ ਕੀਬੋਰਡ ਤੋਂ ਐਂਟਰ ਕੀ ਪ੍ਰੈਸ ਕਰਾਂਗੇ ਤੇ ਇਸ ਤਰ੍ਹਾਂ ਗੂਗਲ ਦਾ ਜਿਹੜਾ ਹੋਮ ਪੇਜ ਉਹ ਓਪਨ ਹੋ ਜਾਵੇਗਾ। ਇਹਦੇ ਵਿੱਚ ਤੁਹਾਨੂੰ ਗੂਗਲ ਦਾ ਲੋਗੋ ਸ਼ੋ ਹੋ ਰਿਹਾ ਹੈ, ਥੱਲੇ ਸਰਚ ਬਾਰ ਹੈ, ਥੱਲੇ ਗੂਗਲ ਸਰਚ ਦਾ ਬਟਨ ਹੈ। ਇਸ ਸਰਚ ਬਾਰ ਵਿੱਚ ਤੁਸੀਂ ਜਿਸ ਵੀ ਵਿਸ਼ੇ ਬਾਰੇ ਜਾਣਨਾ ਚਾਹੁੰਦੇ ਹੋ, ਮੰਨ ਲਓ ਅਸੀਂ ਲਿਖ ਦਿੰਦੇ ਹਾਂ what is HTML। ਉਸ ਤੋਂ ਬਾਅਦ ਆਪਾਂ ਗੂਗਲ ਸਰਚ ਬਟਨ ਤੇ ਕਲਿੱਕ ਕਰਦੇ ਹਾਂ ਤੇ ਗੂਗਲ ਸਰਚ ਇੰਜਨ ਕੀ ਕਰਦਾ ਹੈ, ਸਾਨੂੰ ਕਾਫੀ ਸਾਰੇ ਵੈਬਸਾਈਟਾਂ ਦੇ ਜਿਹੜੇ URL ਨੇ, ਯੂਨੀਫਾਰਮ ਰਿਸੋਰਸ ਲੋਕੇਟਰ ਮਤਲਬ ਵੈਬ ਐਡਰੈਸ, ਉਹ ਇਸ ਤਰ੍ਹਾਂ ਉਹਨਾਂ ਦੀ ਲਿਸਟ ਜਾਰੀ ਕਰ ਦਿੰਦਾ ਹੈ। ਆ ਜਿੰਨੇ ਵੀ ਅਸੀਂ URL ਦੇਖ ਰਹੇ ਹਾਂ ਸਾਰੇ ਨੀਲੇ ਰੰਗ 'ਚ ਦਿਖ ਰਹੇ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਹਾਈਪਰਲਿੰਕ। ਇਸ ਦਾ ਮਤਲਬ ਇਹ ਹੈ ਵੀ ਇਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਨੂੰ ਸੰਬੰਧਿਤ ਵੈਬਸਾਈਟ ਦੇ ਉੱਤੇ ਤੱਕ ਲੈ ਜਾਏਗਾ। ਹੁਣ ਤੁਸੀਂ ਵੇਖ ਰਹੇ ਜਦੋਂ ਆਪਾਂ ਵੈਬ ਬਰਾਊਜ਼ਰ ਦੀ ਸਕਰੀਨ ਦੇ ਕਿਸੇ ਪਾਸੇ ਤੇ ਮਾਊਸ ਨੂੰ ਡਰੈਗ ਕਰਕੇ ਲੈ ਕੇ ਜਾ ਰਹੇ ਹਾਂ ਤਾਂ ਉਸ ਦੀ ਸ਼ੇਪ ਐਰੋ ਦੇ ਰੂਪ ਵਿੱਚ ਆ ਰਹੀ ਹੈ। ਜਦੋਂ ਆਪਾਂ ਜਿਸ ਟੈਕਸਟ ਨਾਲ ਲਿੰਕ ਲੱਗਾ ਹੋਇਆ ਉਸ ਤੇ ਕਲਿੱਕ ਕਰਦੇ ਹਾਂ ਤਾਂ ਉਸ ਦੀ ਸ਼ੇਪ ਹੈਂਡ ਕਰਸਰ ਦੇ ਰੂਪ ਵਿੱਚ ਆ ਜਾਂਦੀ ਹੈ। ਜਿਵੇਂ ਕਿ ਅਸੀਂ ਇੱਥੇ ਕਲਿੱਕ ਕਰਦੇ ਹਾਂ ਇਹ ਸਾਨੂੰ ਕੀ ਕਰੇਗਾ, ਉਸ ਵੈਬਸਾਈਟ ਤੱਕ ਲੈ ਜਾਏਗਾ ਜਿਸ ਵੈਬਸਾਈਟ ਦਾ ਲਿੰਕ ਇਹਦੇ ਵਿੱਚ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਇਸ ਤੋਂ ਬਾਅਦ ਅਗਰ ਅਸੀਂ ਇਸ ਸਾਈਡ ਤੇ ਇਹ ਸਾਰੇ ਅਸੀਂ ਦੇਖ ਪਾ ਰਹੇ ਹਾਂ, ਇਹ ਸਾਰੇ ਇਸ ਵੈਬਸਾਈਟ ਦੇ ਵਿੱਚ ਵੱਖ-ਵੱਖ ਵੈਬ ਪੇਜਿਸ ਨੇ। ਮੈਂ ਜਿਸ ਵੀ ਵੈਬ ਪੇਜ ਤੇ ਕਲਿੱਕ ਕਰਾਂਗਾ ਇਹ ਉਸ ਦੇ ਨਾਲ ਸੰਬੰਧਿਤ ਵੈਬ ਪੇਜ ਨੂੰ ਤੁਹਾਡੀ ਸਕਰੀਨ ਤੇ ਖੋਲ ਦੇਵੇਗਾ। ਇਸੇ ਤਰ੍ਹਾਂ ਆਪਣੀ ਸਕਰੀਨ ਤੇ ਵਾਪਸ ਪਿਛਲੇ ਪੇਜ ਤੇ ਜਾਣ ਲਈ ਆਪਾਂ ਬੈਕ ਬਟਨ ਦੀ ਵਰਤੋਂ ਕਰਕੇ ਪਿੱਛੇ ਆ ਸਕਦੇ ਹਾਂ। ਇਸੇ ਤਰ੍ਹਾਂ ਹੁਣ ਤੁਸੀਂ ਕਿਸੇ ਹੋਰ ਵੈਬਸਾਈਟ ਨੂੰ ਖੋਲ੍ਹਣਾ ਚਾਹੁੰਦੇ ਹੋ, ਫਿਰ ਤੁਸੀਂ ਉਸ ਵੈਬਸਾਈਟ ਦੇ URL ਤੇ ਕਲਿੱਕ ਕਰੋ ਤੇ ਸੰਬੰਧਿਤ ਵੈਬਸਾਈਟ ਤੁਹਾਡੀ ਬਰਾਊਜ਼ਰ ਦੀ ਸਕਰੀਨ ਤੇ ਖੁੱਲ ਜਾਵੇਗੀ। ਬੱਚੇ ਹੁਣ ਅਸੀਂ HTML ਡਾਕੂਮੈਂਟ ਦੇ ਬੇਸਿਕ ਢਾਂਚੇ ਬਾਰੇ ਜਾਣਾਂਗੇ। HTML ਡਾਕੂਮੈਂਟ ਦੇ ਬੇਸਿਕ ਢਾਂਚੇ ਦੇ ਦੋ ਭਾਗ ਹੁੰਦੇ ਹਨ। ਪਹਿਲਾ ਹੁੰਦਾ ਹੈਡ ਭਾਗ। ਹੈਡ ਭਾਗ ਵਿੱਚ ਟਾਈਟਲ ਹੁੰਦਾ ਹੈ ਜੋ ਕਿ ਡਾਕੂਮੈਂਟ ਦੇ ਸਿਰਲੇਖ ਜਾਂ ਟਾਈਟਲ ਦੀ ਪਛਾਣ ਕਰਦਾ ਹੈ। ਦੂਸਰਾ ਭਾਗ ਹੈ ਸਾਡੇ ਕੋਲ ਬੋਡੀ। ਬੋਡੀ ਭਾਗ ਵਿੱਚ ਅਸਲ ਜਾਣਕਾਰੀ ਹੁੰਦੀ ਹੈ ਜੋ ਅਸੀਂ ਵੈਬ ਪੇਜ ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ। ਤਾਂ ਇਸ ਤਰ੍ਹਾਂ HTML ਦੇ ਦੋ ਭਾਗਾਂ ਵਿੱਚ ਹੈਡ ਭਾਗ ਵਿੱਚ ਅਸੀਂ ਉਸਦਾ ਟਾਈਟਲ ਦੇ ਸਕਦੇ ਹਾਂ ਜਾਂ ਵੈਬ ਪੇਜ ਬਾਰੇ ਜਾਣਕਾਰੀ ਦੇ ਸਕਦੇ ਹਾਂ। ਉਸ ਤੋਂ ਇਲਾਵਾ ਜਿਹੜੇ ਵੈਬ ਪੇਜ ਦੇ ਵਿੱਚ ਜੋ ਵੀ ਜਾਣਕਾਰੀ ਤੁਸੀਂ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ ਉਹ ਸਾਰੀ ਬੋਡੀ ਪਾਰਟ ਵਿੱਚ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ HTML ਦੇ ਮੁੱਖ ਜਿਹੜੇ ਭਾਗ ਹਨ ਉਹਨਾਂ ਬਾਰੇ ਪੜ੍ਹਾਂਗੇ। ਜਿਸ ਪਹਿਲਾ ਹੈਗਾ HTML ਟੈਗ। HTML ਟੈਗ ਤੋਂ ਦਸਤਾਵੇਜ਼ ਸ਼ੁਰੂ ਕੀਤਾ ਜਾਂਦਾ ਹੈ ਅਤੇ //HTML ਟੈਗ ਦੇ ਨਾਲ ਬੰਦ ਕੀਤਾ ਜਾਂਦਾ ਹੈ। ਇਹ ਵੈਬ ਬਰਾਊਜ਼ਰ ਨੂੰ ਦੱਸਦਾ ਹੈ ਕਿ ਕਿੱਥੇ ਵੈਬ ਪੇਜ ਸ਼ੁਰੂ ਕਰਨਾ ਹੈ ਅਤੇ ਇਹ ਕਿੱਥੇ ਖਤਮ ਹੋਵੇਗਾ। ਉਸ ਤੋਂ ਬਾਅਦ ਆਉਂਦਾ ਸਾਡੇ ਕੋਲ ਹੈਡ ਟੈਗ। ਹੈਡ ਟੈਗ ਵੈਬ ਪੇਜ ਦੇ ਸਿਰਲੇਖ ਜਾਂ ਟਾਈਟਲ ਬਾਰੇ ਜਾਣਕਾਰੀ ਦਿੰਦਾ ਹੈ। ਹੈਡ ਟੈਗ ਨੂੰ ਵੈਬ ਪੇਜ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਹੈਡ ਟੈਗ ਨਾਲ ਸ਼ੁਰੂ ਅਤੇ ਹੈਡ ਟੈਗ ਨਾਲ ਹੀ ਬੰਦ ਹੁੰਦਾ ਹੈ। ਉਸ ਤੋਂ ਬਾਅਦ ਟਾਈਟਲ ਟੈਗ ਤੋਂ ਦਸਤਾਵੇਜ਼ ਸ਼ੁਰੂ ਕੀਤਾ ਜਾਂਦਾ ਹੈ, ਟਾਈਟਲ ਟੈਗ ਦੇ ਨਾਲ ਬੰਦ ਕੀਤਾ ਜਾਂਦਾ ਹੈ। ਟਾਈਟਲ ਟੈਗ ਵੈਬ ਪੇਜ ਦਾ ਟਾਈਟਲ ਪਰਿਭਾਸ਼ਿਤ ਕਰਦਾ ਹੈ ਜੋ ਵੈਬ ਬਰਾਊਜ਼ਰ ਦੇ ਟਾਈਟਲ ਬਾਰ ਤੇ ਪ੍ਰਦਰਸ਼ਿਤ ਹੁੰਦਾ ਹੈ ਜਦੋਂ ਅਸੀਂ ਵੈਬ ਪੇਜ ਨੂੰ ਵੈਬ ਬਰਾਊਜ਼ਰ ਵਿੱਚ ਖੋਲ੍ਹਦੇ ਹਾਂ। ਉਸ ਤੋਂ ਬਾਅਦ ਆ ਬੋਡੀ ਟੈਗ ਵੈਬ ਬਰਾਊਜ਼ਰ ਵਿੱਚ ਵੈਬ ਪੰਨੇ ਦੇ ਲੋਡ ਹੋਣ ਤੇ ਵੈਬ ਪੇਜ ਦੀ ਅਸਲ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ। ਇਸ ਵਿੱਚ ਟੈਕਸਟ, ਚਿੱਤਰ, ਆਡੀਓ, ਵੀਡੀਓ ਆਦਿ ਦੇ ਤੱਤ ਸ਼ਾਮਲ ਹੋ ਸਕਦੇ ਹਨ। ਇਹ ਬੋਡੀ ਟੈਗ ਨਾਲ ਸ਼ੁਰੂ ਅਤੇ ਬੋਡੀ ਟੈਗ ਨਾਲ ਖਤਮ ਜਾਂ ਬੰਦ ਹੁੰਦਾ ਹੈ। ਉਸ ਤੋਂ ਬਾਅਦ ਹੁਣ ਅਸੀਂ HTML ਟੈਗਸ ਬਾਰੇ ਜਾਣਾਂਗੇ। HTML ਇੱਕ ਟੈਗ ਆਧਾਰਿਤ ਭਾਸ਼ਾ ਹੈ, ਜਿਵੇਂ ਕਿ ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ। HTML ਦਸਤਾਵੇਜ਼ਾਂ ਨੂੰ ਟੈਗ ਰਾਹੀਂ ਦਰਸਾਇਆ ਜਾਂਦਾ ਹੈ।
ਜੇਕਰ ਟੈਕਸਟ ਨੂੰ ਟੈਗ ਵਿੱਚ ਪਰਿਭਾਸ਼ਿਤ ਨਾ ਕੀਤਾ ਜਾਵੇ ਤਾਂ ਇਹ ਸਧਾਰਨ ਟੈਕਸਟ ਵਾਂਗ ਹੀ ਦਿਖਾਈ ਦਿੰਦਾ ਹੈ। ਉਸ ਤੋਂ ਬਾਅਦ ਅਸੀਂ HTML ਤੇ ਟੈਕਸਟ ਦੇ ਭਾਗ ਦੇਖ ਲੈਂਦੇ ਹਾਂ ਕਿ HTML ਜਿਹੜਾ ਸਿੰਟੈਕਸ ਹੈ, ਸਿੰਟੈਕਸ ਦੱਸਦਾ ਹੈ ਕਿ HTML ਨੂੰ ਅਸੀਂ ਉਸ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ, ਉਸ ਦੇ ਕਿਹੜੇ ਕਿਹੜੇ ਭਾਗ ਹੁੰਦੇ ਹਨ ਜਿਨ੍ਹਾਂ ਨੂੰ ਵਰਤਣਾ ਸਾਡੇ ਲਈ ਲਾਜ਼ਮੀ ਹੈ। HTML ਟੈਗ ਦੇ ਮੁੱਖ ਤੌਰ 'ਤੇ 3 ਭਾਗ ਹੁੰਦੇ ਹਨ, ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ। ਓਪਨਿੰਗ ਟੈਗ, ਕੰਟੈਂਟ ਜਾਂ ਟੈਕਸਟ, ਕਲੋਜ਼ਿੰਗ ਟੈਗ। ਓਪਨਿੰਗ ਟੈਗ ਦਾ ਪਹਿਲਾਂ ਅਸੀਂ ਓਪਨਿੰਗ ਟੈਗ ਲਿਖਾਂਗੇ, ਫਿਰ ਉਹ ਟੈਕਸਟ ਲਿਖਾਂਗੇ ਜਿਹਨੂੰ ਅਸੀਂ ਫਾਰਮੈਟ ਜਾਂ ਜਿਸ ਨੂੰ ਆਪਾਂ ਫਾਰਮੈਟ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਕਲੋਜ਼ਿੰਗ ਟੈਗ। ਤੇ ਜਿਹੜੇ ਮੁੱਖ ਭਾਗ ਹੈ ਉਹ ਸਾਡੇ HTML ਸਿੰਟੈਕਸ ਦੇ ਹਰ ਇੱਕ ਟੈਗ ਦੇ ਇਹ 3 ਭਾਗ ਹੁੰਦੇ ਹਨ। ਉਸ ਤੋਂ ਬਾਅਦ HTML ਟੈਗ ਦੀਆਂ ਕਿਸਮਾਂ। HTML ਟੈਗ ਮੁੱਖ ਦੋ ਤਰ੍ਹਾਂ ਦੇ ਹੁੰਦੇ ਹਨ, ਕੰਟੇਨਰ ਟੈਗ ਅਤੇ ਦੂਸਰਾ ਐਮਪਟੀ ਟੈਗ। ਕੰਟੇਨਰ ਟੈਗ ਉਹ ਏਰੀਆ ਹੁੰਦਾ ਹੈ ਜੋ ਟੈਗ ਦੀ ਸ਼ੁਰੂਆਤ ਅਤੇ ਸਮਾਪਤੀ ਨਾਲ ਘਿਰਿਆ ਹੁੰਦਾ ਹੈ। ਕੰਟੇਨਰ ਟੈਗ ਜੋੜਿਆਂ ਦੇ ਰੂਪ ਵਿੱਚ ਹੁੰਦੇ ਹਨ। ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿਚਕਾਰ ਟੈਕਸਟ ਜਾਂ ਕੰਟੈਂਟ ਲਿਖਿਆ ਜਾਂਦਾ ਹੈ। ਇਸ ਨੂੰ ਪੇਅਰ ਟੈਗ ਵੀ ਕਹਿੰਦੇ ਹਨ। ਜਿਵੇਂ ਕਿ ਤੁਸੀਂ ਉਦਾਹਰਨ ਦੇਖ ਰਹੇ ਹੋ, ਪਹਿਲਾਂ ਅਸੀਂ HTML ਦਾ ਓਪਨਿੰਗ ਸ਼ੁਰੂਆਤੀ ਟੈਗ ਲਿਖਿਆ, ਉਸ ਤੋਂ ਬਾਅਦ ਇਸ ਵਿੱਚ ਜੋ ਵੀ ਡਾਟਾ ਜਾਂ ਸੂਚਨਾ ਹੈ ਉਹ ਇਸ ਵਿੱਚ ਵਿਚਕਾਰ ਆ ਜਾਏਗੀ। ਲਾਸਟ ਵਿੱਚ HTML ਦਾ ਕਲੋਜ਼ਿੰਗ ਟੈਗ। ਕਲੋਜ਼ਿੰਗ ਟੈਗ ਦੇ ਅੱਗੇ ਇੱਕ ਫਾਰਵਰਡ ਸਲੈਸ਼ ਦੇ ਨਾਲ ਅਸੀਂ ਇਸ ਨੂੰ ਬੰਦ ਕਰਦੇ ਹਾਂ। ਉਸ ਤੋਂ ਬਾਅਦ ਅਗਲਾ ਟੈਗ ਅਸੀਂ ਪੜ੍ਹਾਂਗੇ ਐਮਪਟੀ ਟੈਗ। ਐਮਪਟੀ ਟੈਗ ਨੂੰ ਖਾਲੀ ਟੈਗ ਜਾਂ ਸਿੰਗਲ ਟੈਗ ਵੀ ਕਹਿੰਦੇ ਹਨ ਅਤੇ ਇਸ ਵਿੱਚ ਕੇਵਲ ਇੱਕ ਸ਼ੁਰੂਆਤੀ ਟੈਗ ਹੀ ਹੁੰਦਾ ਹੈ, ਕਿਉਂਕਿ ਇਸ ਵਿੱਚ ਕੋਈ ਕੰਟੈਂਟ ਜਾਂ ਟੈਕਸਟ ਨਹੀਂ ਹੁੰਦਾ। ਐਮਪਟੀ ਟੈਗ ਦਾ ਕੋਈ ਵੀ ਕਲੋਜ਼ਿੰਗ ਟੈਗ ਨਹੀਂ ਹੁੰਦਾ। ਉਦਾਹਰਨ ਲਈ HR ਹੋਰੀਜ਼ੋਨਟਲ ਰੋ, BR ਬ੍ਰੇਕ ਰੋ। ਤੇ ਇਸ ਤਰ੍ਹਾਂ ਇਹ ਦੋ ਟੈਗ ਆ, ਇਹ ਸਿੰਗਲ ਹੁੰਦੇ ਆ, ਇਹਨਾਂ ਦਾ ਕੋਈ ਵੀ ਕਲੋਜ਼ਿੰਗ ਟੈਗ ਜਿਹੜਾ ਉਹ ਨਹੀਂ ਹੁੰਦਾ। ਬੱਚੇ ਹੁਣ ਅੱਗੇ ਅਸੀਂ ਸਿੱਖਾਂਗੇ ਕਿ ਅਸੀਂ ਵੈਬ ਪੇਜ ਨੂੰ ਕਿਵੇਂ ਬਣਾ ਸਕਦੇ ਹਾਂ। ਪਹਿਲਾਂ ਅਸੀਂ ਸਿੱਖਿਆ ਸੀ ਕਿ ਅਸੀਂ ਇੱਕ ਵੈਬ ਪੇਜ ਜਾਂ ਕਿਸੇ ਵੈਬਸਾਈਟ ਦੇ ਵੈਬ ਪੇਜ ਤੱਕ ਕਿੱਦਾਂ ਪਹੁੰਚ ਕਰ ਸਕਦੇ ਹਾਂ। ਤੇ ਹੁਣ ਅਸੀਂ ਸਿੱਖਾਂਗੇ ਵੈਬ ਪੇਜ ਨੂੰ ਅਸੀਂ ਕਿਵੇਂ ਬਣਾ ਸਕਦੇ ਹਾਂ। ਜਿਵੇਂ ਕਿ ਅਸੀਂ ਹੁਣ ਤੱਕ ਪੜ੍ਹਿਆ ਵੈਬ ਪੇਜ ਸਧਾਰਨ ਟੈਕਸਟ ਫਾਈਲਾਂ ਹੁੰਦੀਆਂ ਹਨ ਜੋ ਕਿਸੇ ਵੀ ਟੈਕਸਟ ਐਡੀਟਰ ਜਾਂ ਵਰਡ ਪ੍ਰੋਸੈਸਰ ਦੀ ਮਦਦ ਨਾਲ, ਜਿਵੇਂ ਕਿ ਨੋਟਪੈਡ ਜਾਂ ਵਰਡਪੈਡ, ਇਹ ਹਰ ਇੱਕ ਕੰਪਿਊਟਰ ਸਿਸਟਮ 'ਚ ਪਹਿਲਾਂ ਤੋਂ ਹੀ ਆਪਰੇਟਿੰਗ ਸਿਸਟਮ 'ਚ ਲੋਡ ਹੁੰਦੇ ਹਨ। ਇਹਨਾਂ ਨੂੰ ਵੱਖਰੇ ਤੌਰ 'ਤੇ ਸਾਨੂੰ ਆਪਣੇ ਕੰਪਿਊਟਰ ਵਿੱਚ ਇੰਸਟਾਲ ਨਹੀਂ ਕਰਨਾ ਪੈਂਦਾ। ਇੱਕ ਵੈਬ ਪੇਜ ਬਣਾਉਣ ਅਤੇ ਪ੍ਰਦਰਸ਼ਿਤ ਕਰਨ ਲਈ ਸਾਡੇ ਕੋਲ ਹੇਠ ਲਿਖੇ ਕਦਮ ਹਨ। ਪਹਿਲਾ, ਤੁਸੀਂ ਆਪਣੇ ਕੰਪਿਊਟਰ 'ਤੇ ਕੋਈ ਵੀ ਟੈਕਸਟ ਐਡੀਟਰ ਖੋਲ੍ਹੋ ਜਿਸ ਵਿੱਚ HTML ਪ੍ਰੋਗਰਾਮ ਨੂੰ ਤੁਸੀਂ ਲਿਖਣਾ ਹੈ। ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਨੋਟਪੈਡ ਸਾਡੇ ਕੋਲ ਇੱਕ ਟੈਕਸਟ ਐਡੀਟਰ ਜਿਸ ਨੂੰ ਅਸੀਂ ਇਸ ਪੂਰੀ ਵੀਡੀਓ ਦੇ ਦੌਰਾਨ ਵੱਖ-ਵੱਖ ਪ੍ਰੋਗਰਾਮ ਚਲਾ ਕੇ ਉਸ ਵਿੱਚ ਦੇਖਾਂਗੇ। ਇਸ ਫਾਈਲ ਨੂੰ ਜਦੋਂ ਅਸੀਂ ਇਸ ਫਾਈਲ ਵਿੱਚ ਨੋਟਪੈਡ ਦੀ ਫਾਈਲ ਵਿੱਚ ਆਪਣਾ ਪ੍ਰੋਗਰਾਮ ਲਿਖ ਲਵਾਂਗੇ, ਫਿਰ ਅਸੀਂ ਇਸ ਫਾਈਲ ਨੂੰ ਸੇਵ ਕਰਨ ਲਈ ਉਸ ਫਾਈਲ ਦਾ ਨਾਮ ਦੇਵਾਂਗੇ। ਫਾਈਲ ਦਾ ਨੇਮ ਦੇਣ ਤੋਂ ਬਾਅਦ .html ਜਾਂ .htm ਫਾਈਲ ਐਕਸਟੈਂਸ਼ਨ ਦੇ ਨਾਲ ਅਸੀਂ ਆਪਣੀ ਫਾਈਲ ਨੂੰ ਸੇਵ ਕਰ ਲਾਂਗੇ। ਉਸ ਤੋਂ ਬਾਅਦ ਸੇਵ ਕੀਤੀ ਫਾਈਲ ਨੂੰ ਇਹ ਆਟੋਮੈਟਿਕਲੀ ਵੈਬ ਬਰਾਊਜ਼ਰ ਦੀ ਫਾਈਲ 'ਚ ਕਨਵਰਟ ਕਰ ਦਿੰਦਾ ਹੈ। ਇਸ ਬੱਚੇ ਹੁਣ ਅਸੀਂ ਨੋਟਪੈਡ ਟੈਕਸਟ ਐਡੀਟਰ ਦੀ ਵਰਤੋਂ ਕਰਦੇ ਹੋਏ HTML ਪ੍ਰੋਗਰਾਮ ਲਿਖਣਾ ਸਿੱਖਾਂਗੇ। HTML ਪ੍ਰੋਗਰਾਮ ਲਿਖਣ ਲਈ ਅਸੀਂ ਪਹਿਲਾਂ ਨੋਟਪੈਡ ਟੈਕਸਟ ਐਡੀਟਰ ਓਪਨ ਕਰਾਂਗੇ। ਨੋਟਪੈਡ ਟੈਕਸਟ ਐਡੀਟਰ ਨੂੰ ਖੋਲ੍ਹਣ ਲਈ ਕੀਬੋਰਡ ਤੋਂ ਵਿੰਡੋ ਕੀ +R ਕੀ ਪ੍ਰੈਸ ਕਰੋ। ਇਸ ਤਰ੍ਹਾਂ ਇੱਕ ਰਨ ਡਾਇਲੌਗ ਬਾਕਸ ਓਪਨ ਹੋਵੇਗਾ। ਇਸ ਵਿੱਚ ਨੋਟਪੈਡ ਟਾਈਪ ਕਰੋ, ਓਕੇ ਬਟਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਨੋਟਪੈਡ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਓਪਨ ਹੋ ਜਾਏਗੀ। ਇਸ ਵਿੱਚ HTML ਦਾ ਅਸੀਂ ਸ਼ੁਰੂਆਤੀ ਟੈਗ HTML ਅਤੇ ਇਸ ਦਾ ਕਲੋਜ਼ਿੰਗ ਟੈਗ HTML ਲਿਖਾਂਗੇ। HTML ਟੈਗ ਸਾਨੂੰ ਦੱਸਦਾ ਹੈ ਕਿ ਜੋ ਆਪਾਂ ਲੈਂਗੁਏਜ ਵਰਤ ਰਹੇ ਹਾਂ ਉਹ HTML ਹੈ। ਇਸ ਵਿੱਚ ਜਿਵੇਂ ਕਿ ਅਸੀਂ ਪੜ੍ਹ ਚੁੱਕੇ ਹਾਂ, HTML ਦੇ ਸਾਡੇ ਕੋਲ ਦੋ ਭਾਗ ਹੁੰਦੇ ਹਨ, ਹੈਡ ਭਾਗ ਅਤੇ ਬੋਡੀ ਭਾਗ। ਹੈਡ ਭਾਗ ਵਿੱਚ
ਵੈਬ ਪੇਜ ਦੇ ਸਿਰਲੇਖ ਬਾਰੇ ਜਾਣਕਾਰੀ ਹੁੰਦੀ ਹੈ। ਮਤਲਬ ਉਹਦਾ ਸਿਰਲੇਖ ਜਾਂ ਟਾਈਟਲ ਕੀ ਹੈ। ਟਾਈਟਲ ਭਾਗ ਵਿੱਚ ਅਸੀਂ ਆਪਣੇ ਵੈਬ ਪੇਜ ਦੇ ਹੈਡ ਦਾ ਟਾਈਟਲ ਲਿਖਾਂਗੇ। ਜਿਵੇਂ ਅਸੀਂ ਲਿਖਦੇ ਹਾਂ ਸੈਂਪਲ HTML। ਫਿਰ ਅਸੀਂ ਆਪਣੇ ਟਾਈਟਲ ਟੈਗ ਨੂੰ ਬੰਦ ਕਰ ਦਿਆਂਗੇ ਕਿਉਂਕਿ ਇਹ ਸਾਡੇ ਕੋਲ ਕੀ ਹੈ, ਇੱਕ ਕੰਟੇਨਰ ਟੈਗ ਹੈ। ਉਸੇ ਤਰ੍ਹਾਂ ਹੈਡ ਟੈਗ ਨੂੰ ਵੀ ਅਸੀਂ ਬੰਦ ਕਰ ਦਾਂਗੇ। ਹਜੇ ਅਸੀਂ ਸਿਰਫ ਆਪਣੇ ਇੱਕ ਵੈਬ ਪੇਜ ਦਾ ਹੈਡ ਹੀ ਡਿਫਾਈਨ ਕੀਤਾ ਹੈ, ਬੋਡੀ ਭਾਗ ਹਜੇ ਅਸੀਂ ਪ੍ਰਦਰਸ਼ਿਤ ਨਹੀਂ ਕੀਤਾ। ਅਸੀਂ ਪਹਿਲਾਂ ਇਸ ਫਾਈਲ ਨੂੰ ਸੇਵ ਕਰਾਂਗੇ। ਸੇਵ ਕਰਨ ਲਈ ਅਸੀਂ ਇਸ ਫਾਈਲ ਦਾ ਨਾਮ ਦੇਵਾਂਗੇ। ਮੈਂ ਮੰਨ ਲਓ ਇਸ ਫਾਈਲ ਦਾ ਨਾਮ ਦੇ ਦੇਣਾ ABC ਡੋਟ। ਇਸ ਫਾਈਲ ਨੂੰ .html ਐਕਸਟੈਂਸ਼ਨ ਦੇ ਨਾਲ ਸੇਵ ਕਰ ਦੇਵਾਂਗੇ। ਤਾਂ ਫਾਈਲ ਨੂੰ ਸੇਵ ਕਰਨ ਲਈ ਆਪਾਂ ਡੈਸਕਟਾਪ ਚੂਜ਼ ਕਰਾਂਗੇ। ਉਸ ਤੋਂ ਬਾਅਦ ਸੇਵ 'ਤੇ ਕਲਿੱਕ ਕਰਾਂਗੇ। ਹੁਣ ਅਸੀਂ ਇਸ ਫਾਈਲ ਨੂੰ ਮਿਨੀਮਾਈਜ਼ ਬਟਨ ਦੀ ਹੈਲਪ ਨਾਲ ਛੋਟਾ ਕਰ ਦੇਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਡੈਸਕਟਾਪ ਦੀ ਸਕਰੀਨ 'ਤੇ ABC ਨਾਮ ਦੀ ਜਿਹੜੀ ਫਾਈਲ ਸੀਗੀ ਉਹ ਆਟੋਮੈਟਿਕਲੀ ਵੈਬ ਬਰਾਊਜ਼ਰ ਦੇ ਫਾਰਮੈਟ ਵਿੱਚ ਕਨਵਰਟ ਹੋ ਚੁੱਕੀ ਹੈ। ਹੁਣ ਅਸੀਂ ਇਸ ABC ਫਾਈਲ 'ਤੇ ਡਬਲ ਕਲਿੱਕ ਕਰਾਂਗੇ ਤਾਂ ਜਿਹੜੀ ਫਾਈਲ ਹੈ ਉਹ ਓਪਨ, ਜਿਹੜਾ ਵੈਬ ਬਰਾਊਜ਼ਰ ਨੇ sample.html ਨਾਮ ਦੀ ਜਿਹੜੀ ਆਪਾਂ ਫਾਈਲ ਬਣਾਈ ਸੀ ਉਹਨੂੰ ਵੈਬ ਬਰਾਊਜ਼ਰ 'ਚ ਓਪਨ ਕਰ ਦਿੱਤਾ ਹੈ। ਹੁਣ ਇਸ ਵਿੱਚ ਤੁਸੀਂ ਦੇਖ ਰਹੇ ਹੋ ਇਹ ਇਹਦਾ ਬੋਡੀ ਭਾਗ ਹੈ। ਜਿਹੜੀ ਵਾਈਟ ਸਕਰੀਨ ਤੁਸੀਂ ਦੇਖ ਰਹੇ ਹੋ ਇਹ ਤੁਹਾਡੇ ਵੈਬ ਪੇਜ ਦਾ ਬੋਡੀ ਭਾਗ ਹੈ। ਉਹ ਜਿਹੜਾ ਉੱਪਰ ਤੁਸੀਂ ਭਾਗ ਦੇਖ ਰਹੇ ਹੋ ਸਾਡਾ ਹੈਗਾ ਵੈਬ ਪੇਜ ਦਾ ਹੈਡ ਭਾਗ। ਹੈਡ ਭਾਗ ਵਿੱਚ ਸਿਰਫ ਉਹ ਸੈਂਪਲ HTML ਉਸਦਾ ਟਾਈਟਲ ਸ਼ੋ ਕਰ ਰਿਹਾ ਹੈ ਕਿਉਂਕਿ ਅਸੀਂ ਆਪਣੇ ਨੋਟਪੈਡ ਦੀ ਫਾਈਲ ਵਿੱਚ ਜੋ ਹੈਡ ਦਿੱਤਾ ਸੀ ਉਸ ਵਿੱਚ ਸਿਰਫ ਅਸੀਂ ਇਸ ਫਾਈਲ ਦਾ ਸਿਰਫ ਟਾਈਟਲ ਹੀ ਪਰਿਭਾਸ਼ਿਤ ਕੀਤਾ ਹੈ। ਹੁਣ ਅਸੀਂ HTML ਦੇ ਬੋਡੀ ਭਾਗ ਨੂੰ ਪ੍ਰਦਰਸ਼ਿਤ ਕਰਾਂਗੇ। ਇਸ ਵਿੱਚ ਅਸੀਂ ਮੰਨ ਲਓ ਇੱਕ ਕੋਈ ਲਾਈਨ ਲਿਖ ਦਿੰਦੇ ਹਾਂ, ਦਿਸ ਇਜ਼ ਏ ਪੈਰਾਗ੍ਰਾਫ। ਇਸ ਤੋਂ ਬਾਅਦ ਅਸੀਂ ਬੋਡੀ ਟੈਗ ਨੂੰ ਵੀ ਬੰਦ ਕਰ ਦੇਵਾਂਗੇ। ਇਸ ਦਾ ਮਤਲਬ ਇਹ ਹੈ ਕਿ ਜਿਹੜਾ ਬੋਡੀ ਦਾ ਜਿਹੜਾ ਦਾਇਰਾ ਵਾ ਜੋ ਵੀ ਟੈਕਸਟ ਆ ਉਹ ਤੁਸੀਂ ਇਸ ਬੋਡੀ ਦੇ ਓਪਨਿੰਗ ਤੇ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖਣਾ ਹੁੰਦਾ ਹੈ। ਹੁਣ ਉਸ ਤੋਂ ਬਾਅਦ ਅਸੀਂ ਇਸ ਫਾਈਲ ਨੂੰ ਸੇਵ ਕਰ ਦਾਂਗੇ। ਸੇਵ ਕਰਨ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਜਿਹੜਾ ਸਾਡਾ ਵੈਬ ਪੇਜ ਹੈ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਉੱਥੇ ਅਸੀਂ ਸੇਵ ਕਰਤਾ ਹੈ ਪਰ ਕੁਝ ਵੀ ਸ਼ੋ ਨਹੀਂ ਹੋ ਰਿਹਾ। ਉਦੋਂ ਤੱਕ ਨਹੀਂ ਸ਼ੋ ਹੋਏਗਾ ਜਦੋਂ ਤੱਕ ਅਸੀਂ ਇਸ ਪੇਜ ਨੂੰ ਰੀਫਰੈਸ਼ ਨਹੀਂ ਕਰਾਂਗੇ। ਰੀਫਰੈਸ਼ ਕਰਨ ਲਈ ਅਸੀਂ ਇਸ ਰੀਫਰੈਸ਼ ਬਟਨ 'ਤੇ ਕਲਿੱਕ ਕਰੋ ਜਾਂ ਕੀਬੋਰਡ ਤੋਂ F5 ਪ੍ਰੈਸ ਕਰੋ ਤਾਂ ਵੀ ਤੁਹਾਡਾ ਜਿਹੜਾ ਪੇਜ ਆ ਉਹ ਰੀਫਰੈਸ਼ ਹੋ ਜਾਏਗਾ। F5 'ਤੇ ਅਸੀਂ ਪ੍ਰੈਸ ਕੀਤਾ, ਇੱਥੇ ਆ ਗਿਆ ਦਿਸ ਇਜ਼ ਏ ਪੈਰਾਗ੍ਰਾਫ। ਤਾਂ ਹਜੇ ਤੱਕ ਅਸੀਂ ਆਪਣੇ ਫਾਈਲ ਵਿੱਚ ਕੁਝ ਵੀ ਬੋਡੀ ਭਾਗ ਵਿੱਚ ਇੱਕ ਲਾਈਨ ਲਿਖ ਕੇ ਦਿਸ ਇਜ਼ ਏ ਪੈਰਾਗ੍ਰਾਫ, ਟਾਈਟਲ ਵਿੱਚ ਅਸੀਂ ਇੱਕ ਵੈਬ ਪੇਜ ਦਾ ਟਾਈਟਲ ਲਿਖਿਆ ਹੈ। ਇਸ ਤਰ੍ਹਾਂ ਅਸੀਂ ਜਿੰਨੀ ਵਾਰੀ ਵੀ ਜੋ ਵੀ ਆਪਾਂ ਇਹਦੇ ਵਿੱਚ ਬਦਲਾਵ ਕਰਦੇ ਜਾਵਾਂਗੇ ਫਾਈਲ 'ਤੇ ਸੇਵ 'ਤੇ ਕਲਿੱਕ ਕਰਕੇ ਅਸੀਂ ਇਸ ਬਦਲਾਵ ਦੇ ਵਿੱਚ ਲਾਗੂ ਕਰਦੇ ਰਹਾਂਗੇ ਅਤੇ ਵੈਬ ਬਰਾਊਜ਼ਰ ਵਿੱਚ ਰੀਫਰੈਸ਼ ਕਰਕੇ ਅਸੀਂ ਉਸ ਬਦਲਾਵ ਨੂੰ ਇੱਥੇ ਲਿਆ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕਿਸੇ ਵੀ ਵੈਬ ਪੇਜ ਨੂੰ ਬਣਾ ਸਕਦੇ ਹਾਂ। ਬੱਚੇ ਹੁਣ ਅਸੀਂ ਕੁਝ ਹੋਰ ਆਮ ਵਰਤੇ ਜਾਣ ਵਾਲੇ ਕੰਟੇਨਰ ਟੈਗ ਬਾਰੇ ਜਾਣਾਂਗੇ। ਜਿਵੇਂ ਕਿ ਤੁਸੀਂ ਇਸ ਲਿਸਟ ਵਿੱਚ ਦੇਖ ਰਹੇ ਹੋ ਪਹਿਲਾ ਸਾਡੇ ਕੋਲ ਟੈਗ ਹੈ ਬੋਲਡ ਟੈਗ। ਬੋਲਡ ਟੈਗ ਇੱਕ ਕੰਟੇਨਰ ਟੈਗ ਹੈ। ਇਸ ਦੀ ਵਰਤੋਂ ਟੈਕਸਟ ਨੂੰ ਬੋਲਡ ਕਰਨ ਲਈ ਕੀਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਉਦਾਹਰਨ ਵਿੱਚ ਦੇਖ ਰਹੇ ਹੋ ਬੋਲਡ ਦਾ ਓਪਨਿੰਗ ਟੈਗ, ਟੈਕਸਟ ਜਿਸ ਨੂੰ ਤੁਸੀਂ ਬੋਲਡ ਕਰਨਾ ਚਾਹੁੰਦੇ ਹੋ, ਲਾਸਟ ਵਿੱਚ ਬੋਲਡ ਦਾ ਕਲੋਜ਼ਿੰਗ ਟੈਗ। ਜਦੋਂ ਅਸੀਂ ਇਸ ਕੋਡ ਨੂੰ ਆਪਣੇ ਵੈਬ ਪੇਜ 'ਤੇ ਸ਼ੋ ਕਰਵਾਵਾਂਗੇ ਤਾਂ ਉਸ ਦਾ ਨਤੀਜਾ ਇਸ ਤਰ੍ਹਾਂ ਆਏਗਾ। ਜਿਹੜਾ ਸਾਡਾ ਟੈਕਸਟ ਹੈ ਉਹ ਮੋਟੇ ਅੱਖਰਾਂ ਵਿੱਚ ਬਦਲ ਜਾਏਗਾ। ਉਸ ਤੋਂ ਬਾਅਦ ਅਗਲਾ ਟੈਗ ਹੈ ਸਾਡੇ ਕੋਲ ਇਟੈਲਿਕ ਟੈਗ। ਇਟੈਲਿਕ ਟੈਗ ਦਾ ਸ਼ਾਰਟ ਫਾਰਮ ਹੈ I। ਇਟੈਲਿਕ ਟੈਗ ਦੀ ਵਰਤੋਂ ਅਸੀਂ ਟੈਕਸਟ ਨੂੰ ਇਟੈਲਿਕ ਕਰਨ ਲਈ ਕਰਦੇ ਹਾਂ। ਮਤਲਬ ਜੋ ਟੈਕਸਟ ਹੈ ਨੋਰਮਲ ਉਹਨੂੰ ਥੋੜ੍ਹਾ ਤਿਰਛਾ ਹੋ ਜਾਏਗਾ। ਉਦਾਹਰਨ ਆਪਾਂ ਦੇਖ ਸਕਦੇ ਹਾਂ I ਦਾ ਓਪਨਿੰਗ ਟੈਗ, ਟੈਕਸਟ ਜਿਸ ਨੂੰ ਤੁਸੀਂ ਇਟੈਲਿਕ ਕਰਨਾ ਚਾਹੁੰਦੇ ਹੋ, ਇਟੈਲਿਕ ਦਾ ਕਲੋਜ਼ਿੰਗ ਟੈਗ। ਇਸ ਤਰ੍ਹਾਂ ਜਿੱਦਾਂ ਕਿ ਤੁਸੀਂ ਆਊਟਪੁੱਟ 'ਚ ਦੇਖ ਪਾ ਰਹੇ ਹੋ ਟੈਕਸਟ ਜਿਹੜਾ ਹੈ ਉਹ ਥੋੜ੍ਹਾ ਜਿਹਾ ਤਿਰਛਾ ਹੋ ਗਿਆ। ਉਸ ਤੋਂ ਬਾਅਦ ਹੈ U ਟੈਗ। U ਦਾ ਪੂਰਾ ਨਾਮ ਹੈ ਅੰਡਰਲਾਈਨ। ਅਸੀਂ ਕਿਸੇ ਵੀ ਟੈਕਸਟ ਦੇ ਥੱਲੇ ਲਾਈਨ ਲਗਾਉਣਾ ਚਾਹੁੰਦੇ ਜਿਸ ਨੂੰ ਆਪਾਂ ਅੰਡਰਲਾਈਨ ਕਹਿੰਦੇ ਹਾਂ। ਉਸ ਦੇ ਲਈ ਆਪਾਂ ਇਸ ਦੀ ਉਦਾਹਰਨ ਦੇਖ ਸਕਦੇ ਹਾਂ। U ਟੈਗ ਇਸ ਦਾ ਓਪਨਿੰਗ ਟੈਗ ਹੈ,
ਹੈਲੋ ਜੋ ਟੈਕਸਟ ਜਿਸ ਨੂੰ ਤੁਸੀਂ ਅੰਡਰਲਾਈਨ ਕਰਨਾ ਚਾਹੁੰਦੇ ਹੋ, ਤੇ ਉਸ ਤੋਂ ਬਾਅਦ ਅੰਡਰਲਾਈਨ ਦਾ ਕਲੋਜ਼ਿੰਗ ਟੈਗ। ਇਸ ਤਰ੍ਹਾਂ ਹੈਲੋ ਦੇ ਥੱਲੇ ਇੱਕ ਅੰਡਰਲਾਈਨ ਆਊਟਪੁੱਟ ਵਿੱਚ ਆ ਜਾਏਗੀ। ਉਸ ਤੋਂ ਬਾਅਦ ਸੁਪਰ ਸਕ੍ਰਿਪਟ ਟੈਗ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਐਲੀਮੈਂਟ, ਇਹ ਇਸ ਦੀ ਵਰਤੋਂ ਟੈਕਸਟ ਨੂੰ ਸੁਪਰ ਸਕ੍ਰਿਪਟ ਕਰਨ ਲਈ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਮੈਥ ਵਿੱਚ ਫਾਰਮੂਲਾ ਯੂਜ਼ ਕਰਦੇ ਹਾਂ a+a ਦਾ ਸਕੇਅਰ +b ਦਾ ਸਕੇਅਰ, ਇਸ ਤਰ੍ਹਾਂ ਜਿਹੜੀ ਪਾਵਰ ਹੈ a ਦੀ ਪਾਵਰ, ਉਸ ਨੂੰ ਲਿਆਉਣ ਲਈ ਅਸੀਂ ਸੁਪਰ ਸਕ੍ਰਿਪਟ ਟੈਗ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਅਸੀਂ ਉਦਾਹਰਨ ਵਿੱਚ ਦੇਖ ਸਕਦੇ ਹਾਂ, ਪਹਿਲਾਂ ਅਸੀਂ ਟੈਕਸਟ ਲਿਖਿਆ a, ਉਸ ਤੋਂ ਬਾਅਦ ਓਪਨਿੰਗ ਟੈਗ ਸੁਪਰ ਸਕ੍ਰਿਪਟ ਦਾ ਸ਼ਾਰਟ ਫਾਰਮ ਸੁਪ, ਫਿਰ ਉਸ ਤੋਂ ਬਾਅਦ ਪਾਵਰ ਦੇ ਦਿੱਤੀ 2, ਫਿਰ ਸੁਪਰ ਸਕ੍ਰਿਪਟ ਟੈਗ ਨੂੰ ਬੰਦ ਕਰ ਦਿੱਤਾ, +b ਸਬਸਕ੍ਰਿਪਟ ਟੈਗ ਦਾ ਓਪਨਿੰਗ ਟੈਗ, ਉਹਦੀ ਪਾਵਰ ਕਿੰਨੀ ਰੱਖਣੀ ਆਪਾਂ 2, ਫਿਰ ਸਬਸਕ੍ਰਿਪਟ ਟੈਗ ਨੂੰ ਅਸੀਂ ਬੰਦ ਕਰ ਦਿੱਤਾ। ਜਦੋਂ ਅਸੀਂ ਇਸ ਨੂੰ ਪ੍ਰਿੰਟ ਕਰਾਵਾਂਗੇ ਤੇ ਇਸਦੀ ਆਊਟਪੁੱਟ ਇਸ ਤਰ੍ਹਾਂ ਆਏਗੀ, a ਦੀ ਪਾਵਰ 2 ਜਮਾ b ਦੀ ਪਾਵਰ 2। ਉਸ ਤੋਂ ਬਾਅਦ ਸਬਸਕ੍ਰਿਪਟ ਟੈਕਸਟ ਦੀ ਵਰਤੋਂ ਅਸੀਂ ਕਿਸੇ ਵੀ ਅੱਖਰ ਦੇ ਪੈਰਾਂ ਵਿੱਚ ਉਹਦੀ ਵੈਲਿਊ ਲਿਆਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਅਸੀਂ ਸਾਇੰਸ ਵਿੱਚ ਫਾਰਮੂਲੇ ਵਰਤਦੇ ਹਾਂ H2O ਜਾਂ O2, ਤੇ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਟੈਕਸਟ ਲਿਖਾਂਗੇ, ਫਿਰ ਸਬਸਕ੍ਰਿਪਟ ਟੈਗ, ਫਿਰ ਵੈਲਿਊ ਤੋਂ ਬਾਅਦ ਅਸੀਂ ਕਰਾਂਗੇ ਸਬਸਕ੍ਰਿਪਟ ਟੈਗ ਨੂੰ ਬੰਦ ਕਰ ਦਾਂਗੇ। ਉਸ ਤੋਂ ਬਾਅਦ ਜੇਕਰ ਤੁਸੀਂ ਕੋਈ ਵੈਲਿਊ ਲਿਖਣਾ ਚਾਹੁੰਦੇ ਹੋ, ਟੈਕਸਟ ਲਿਖਣਾ ਚਾਹੁੰਦੇ ਹੋ, ਲਿਖ ਸਕਦੇ ਹੋ। ਜਿਵੇਂ ਅਸੀਂ ਜਦੋਂ ਇਸ ਨੂੰ ਪ੍ਰਿੰਟ ਕਰਾਂਗੇ, ਇਸ ਦਾ ਜਿਹੜੀ ਆਊਟਪੁੱਟ ਆ ਕੁਛ ਇਸ ਤਰ੍ਹਾਂ ਆਏਗੀ H2O। ਅਗਲਾ ਟੈਗ ਹੈ ਸਾਡੇ ਕੋਲ ਸਟ੍ਰਾਈਕ ਟੈਗ। ਸਟ੍ਰਾਈਕ ਟੈਗ ਦੀ ਵਰਤੋਂ ਕਿਸੇ ਟੈਕਸਟ ਨੂੰ ਕੱਟਣ ਲਈ ਕੀਤੀ ਜਾਂਦੀ ਹੈ, ਮਤਲਬ ਉਹਦੇ ਵਿਚਕਾਰ ਇੱਕ ਲਾਈਨ ਪ੍ਰਦਰਸ਼ਿਤ ਹੋ ਜਾਵੇਗੀ। ਜਿਵੇਂ ਕਿਸੇ ਉਦਾਹਰਨ ਦੇਖ ਸਕਦੇ ਹਾਂ, ਸਟ੍ਰਾਈਕ ਟੈਗ ਦਾ ਓਪਨਿੰਗ ਟੈਗ ਟੈਕਸਟ ਜਿਸ ਨੂੰ ਤੁਸੀਂ ਸਟ੍ਰਾਈਕ ਕਰਨਾ ਚਾਹੁੰਦੇ ਹੋ, ਉਸ ਤੋਂ ਬਾਅਦ ਸਟ੍ਰਾਈਕ ਟੈਗ ਨੂੰ ਬੰਦ ਕਰ ਦਿਓ। ਜਦੋਂ ਅਸੀਂ ਇਸ ਆਊਟਪੁੱਟ ਨੂੰ ਦੇਖਾਂਗੇ ਤਾਂ ਇਸ ਤਰ੍ਹਾਂ ਕੁਝ ਹੈਲੋ ਦੇ ਵਿੱਚ ਇੱਕ ਲਾਈਨ ਆ ਜਾਏਗੀ। ਲਾਸਟ ਟੈਗ ਹੈ ਸਾਡੇ ਕੋਲ ਟਾਈਪਰਾਈਟਰ ਫੌਂਟ। ਇਸ ਦੀ ਵਰਤੋਂ ਟਾਈਪਰਾਈਟਰ ਫੌਂਟ ਦੀ ਸ਼ੇਪ ਦਿਖਾਉਣ ਲਈ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਟਾਈਪਰਾਈਟਰ ਦਾ ਓਪਨਿੰਗ ਟੈਗ ਹੈਲੋ, ਟਾਈਪਰਾਈਟਰ ਦਾ ਕਲੋਜ਼ਿੰਗ ਟੈਗ। ਤਾਂ ਇਸ ਟੈਕਸਟ ਦੀ ਜਿਹੜੀ ਹੈ ਆਊਟਪੁੱਟ ਉਹ ਕੁਝ ਇਸ ਤਰ੍ਹਾਂ ਦਿਖਾਈ ਦੇਵੇਗੀ। ਹੁਣ ਅੱਗੇ ਅਸੀਂ ਇਸ ਦੀ ਉਦਾਹਰਨ ਦੇਖ ਲੈਂਦੇ ਹਾਂ, ਜਦੋਂ ਅਸੀਂ ਇਸ ਨੂੰ ਵੈਬ ਪੇਜ 'ਤੇ ਚਲਾਵਾਂਗੇ ਤੇ ਕਿਸ ਤਰ੍ਹਾਂ ਚੱਲੇਗਾ। ਜਿਵੇਂ ਕਿ ਅਸੀਂ ਹੁਣ ਦੇਖ ਸਕਦੇ ਹਾਂ, HTML ਦਾ ਓਪਨਿੰਗ ਟੈਗ ਹੈਡ, ਟਾਈਟਲ ਅਸੀਂ ਦੇ ਦਿੱਤਾ ਟੈਗ ਐਗਜ਼ਾਮਪਲ, ਹੈਡ ਟੈਗ ਨੂੰ ਅਸੀਂ ਇੱਥੇ ਬੰਦ ਕਰ ਦਿੱਤਾ। ਉਸ ਤੋਂ ਬਾਅਦ ਬੋਡੀ ਟੈਗ ਵਿੱਚ ਅਸੀਂ ਬੋਲਡ ਟੈਗ ਲਗਾਇਆ ਅਤੇ ਇਹਦੇ ਅੰਦਰ ਟੈਕਸਟ ਲਿਖਤਾ ਬੋਲਡ ਟੈਗ ਨੂੰ ਬੰਦ ਕਰ ਦਿੱਤਾ। ਉਸ ਤੋਂ ਬਾਅਦ BR ਟੈਗ ਸਾਡੇ ਕੋਲ ਐਮਪਟੀ ਟੈਗ ਹੈ, ਇਸ ਕਰਕੇ ਇਸ ਨੂੰ ਆਪਾਂ ਇਕੱਲੇ ਨੂੰ ਲਿਖਿਆ। BR ਟੈਗ ਦਾ ਮਤਲਬ ਹੁੰਦਾ ਹੈ ਵੀ ਜਦੋਂ ਉਹ ਬੋਲਡ ਟੈਕਸਟ ਨੂੰ ਪ੍ਰਿੰਟ ਕਰੇਗਾ, ਉਸ ਤੋਂ ਬਾਅਦ ਜਿਹੜਾ ਇਟੈਲਿਕ ਟੈਕਸਟ ਹੈ ਉਸ ਤੋਂ ਪਹਿਲਾਂ BR ਕੀ ਕਰੇਗਾ, ਅਗਲੀ ਲਾਈਨ ਇਨਸਰਟ ਕਰ ਦੇਗਾ। ਅਗਲੀ ਲਾਈਨ ਇਨਸਰਟ ਕਰਨ ਤੋਂ ਬਾਅਦ ਇਟੈਲਿਕ ਟੈਕਸਟ ਪ੍ਰਿੰਟ ਹੋਏਗਾ, ਫਿਰ ਨਿਊ ਲਾਈਨ ਇਨਸਰਟ ਕਰ ਦੇਗਾ, ਫਿਰ ਨਵੀਂ ਲਾਈਨ 'ਤੇ ਆ ਕੇ ਅੰਡਰਲਾਈਨ ਟੈਕਸਟ ਪ੍ਰਿੰਟ ਹੋਏਗਾ, ਇੱਦਾਂ ਹੀ ਲਾਸਟ ਤੱਕ। ਤਾਂ ਜਿਵੇਂ ਕਿ ਤੁਸੀਂ ਐਗਜ਼ਾਮਪਲ 'ਚ ਦੇਖ ਸਕਦੇ ਹੋ, ਜਿਵੇਂ ਅਸੀਂ ਪਿੱਛੇ ਪੜ੍ਹਿਆ ਹੈ, ਬੋਲਡ ਟੈਕਸਟ ਨੂੰ ਮੋਟਾ ਕਰਨ ਲਈ ਵਰਤਿਆ ਜਾਂਦਾ ਹੈ, ਇਟੈਲਿਕ ਟੈਕਸਟ ਨੂੰ ਟੇਢਾ ਕਰ ਦਿੰਦਾ ਹੈ, ਅੰਡਰਲਾਈਨ ਟੈਕਸਟ ਦੀ ਵਰਤੋਂ ਕਿਤੇ ਟੈਕਸਟ ਦੇ ਥੱਲੇ ਹੇਠਾਂ ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ। ਸੁਪਰ ਸਕ੍ਰਿਪਟ ਟੈਗ ਦੀ ਵਰਤੋਂ ਕਿਸੇ ਮੁੱਲ ਦੇ ਉੱਤੇ ਪਾਵਰ ਲਗਾਉਣ ਲਈ ਕੀਤੀ ਜਾਂਦੀ ਹੈ। ਸਬਸਕ੍ਰਿਪਟ ਦੀ ਵਰਤੋਂ ਅਸੀਂ ਸਾਈਨ ਦੇ ਫਾਰਮੂਲੇ 'ਚ ਕਰਦੇ ਹਾਂ। ਸਟ੍ਰਾਈਕ ਫੌਂਟ ਦੀ ਵਰਤੋਂ ਵੈਲਕਮ ਨੂੰ ਕੱਟਣ ਲਈ ਕੀਤੀ ਜਾਂਦੀ ਹੈ। ਔਰ TT ਟਾਈਪਰਾਈਟਰ ਫੌਂਟ ਦੀ ਵਰਤੋਂ ਇਸ ਤਰ੍ਹਾਂ ਦੇ ਫੌਂਟ ਦੀ ਸ਼ੇਪ ਨੂੰ ਲਿਆਉਣ ਲਈ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਉਦਾਹਰਨ ਵੀ ਦੇਖ ਸਕਦੇ ਹਾਂ, ਬੋਲਡ ਟੈਕਸਟ ਦਾ ਅੱਖਰਾਂ ਦਾ ਆਕਾਰ ਜਿਹੜਾ ਮੋਟਾ ਹੋ ਗਿਆ, ਇਟੈਲਿਕ ਦਾ ਤਿਰਛਾ ਹੋ ਗਿਆ, ਅੰਡਰਲਾਈਨ ਟੈਕਸਟ ਥੱਲੇ ਅੰਡਰਲਾਈਨ ਆ ਗਈ ਹੈ। ਸੁਪਰ ਸਕ੍ਰਿਪਟ ਟੈਗ ਦੇ ਥਰੂ ਅਸੀਂ ਪਾਵਰ ਲਿਆਤੀ। ਸਬਸਕ੍ਰਿਪਟ ਟੈਗ ਦੇ ਰਾਹੀਂ ਅਸੀਂ ਇੱਕ ਅੱਖਰ ਦੇ ਪੈਰਾਂ 'ਚ ਵੈਲਿਊ ਲਿਆ ਸਕਦੇ ਹਾਂ। ਵੈਲਕਮ ਟੈਗ ਨੂੰ ਅਸੀਂ ਸਟ੍ਰਾਈਕ ਟੈਗ ਦੇ ਨਾਲ ਕੱਟ ਦਿੱਤਾ ਤੇ ਵੈਲਕਮ ਜਿਹੜਾ ਉਹ ਟਾਈਪਰਾਈਟਰ ਫੌਂਟ ਦੀ ਸ਼ੇਪ ਵਿੱਚ ਇੱਥੇ ਦਿਖਾਈ ਦੇ ਰਿਹਾ ਹੈ। ਅੱਗੇ ਅਸੀਂ ਹੁਣ ਪੜਾਂਗੇ ਐਟਰੀਬਿਊਟ ਇੱਕ ਟੈਗ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ। ਐਟਰੀਬਿਊਟ ਐਲੀਮੈਂਟ ਦੇ ਓਪਨਿੰਗ ਟੈਗ ਦਾ ਹਿੱਸਾ ਹੁੰਦਾ ਹੈ।
ਐਟਰੀਬਿਊਟ ਦੀਆਂ ਕਿਸਮਾਂ ਵਰਤੇ ਜਾ ਰਹੇ ਟੈਗ ਤੇ ਨਿਰਭਰ ਕਰਦੀਆਂ ਹਨ। ਜਿਵੇਂ ਕਿ ਅਸੀਂ ਹੁਣ ਉਦਾਹਰਨ ਦੇਖ ਸਕਦੇ ਹਾਂ। ਇਸ ਵਿੱਚ ਇੱਕ ਅਸੀਂ ਟੇਬਲ ਟੈਗ ਵਰਤਿਆ ਹੈ। ਟੇਬਲ ਇੱਕ ਟੈਗ ਹੈ ਤੇ ਬਾਰਡਰ ਉਸਦਾ ਐਟਰੀਬਿਊਟ ਹੈ। ਹੁਣ ਅਸੀਂ ਇਸ ਵਿੱਚ ਬਾਰਡਰ ਬਰਾਬਰ ਡਬਲ ਕੋਟੇਸ਼ਨ ਮਾਰਕ ਛਪਾ 3 ਵੈਲਿਊ ਦਿੱਤੀ ਹੋਈ ਹੈ, ਜੋ ਇਹ ਦੱਸਦਾ ਹੈ ਜਿਹੜਾ ਟੇਬਲ ਹੈ, ਜੋ ਵੀ ਟੇਬਲ ਡਰਾ ਹੋਏਗਾ ਉਸ ਦਾ ਜਿਹੜਾ ਘੇਰਾ ਹੈ ਬਾਰਡਰ, ਉਸ ਦੀ ਮੋਟਾਈ 3 ਪੁਆਇੰਟ ਤੱਕ ਹੋਵੇਗੀ। ਇੱਥੇ ਹੁਣ ਅਸੀਂ ਅੱਗੇ ਪੜਾਂਗੇ ਬੋਡੀ ਟੈਗ ਅਤੇ ਐਟਰੀਬਿਊਟ। ਬੋਡੀ ਟੈਗ ਦੀ ਵਰਤੋਂ ਆਪਾਂ ਬੋਡੀ ਟੈਗ ਵਿੱਚ ਅਸੀਂ ਐਟਰੀਬਿਊਟ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ। ਬੋਡੀ ਟੈਗ HTML ਡਾਕੂਮੈਂਟ ਦਾ ਮੁੱਖ ਹਿੱਸਾ ਹੈ, ਜਿਸ ਵਿੱਚ ਵੈਬ ਪੇਜ ਦੇ ਬਾਰੇ ਜਾਣਕਾਰੀ ਹੁੰਦੀ ਹੈ। ਬੋਡੀ ਟੈਗ ਵਿੱਚ ਵਰਤੇ ਜਾਂਦੇ 3 ਮੁੱਖ ਐਟਰੀਬਿਊਟ ਹਨ। ਸਭ ਤੋਂ ਪਹਿਲਾ ਹੈ ਬੈਕਗਰਾਉਂਡ। ਇਸ ਐਟਰੀਬਿਊਟ ਦੀ ਵਰਤੋਂ ਅਸੀਂ ਵੈਬ ਪੇਜ ਵਿੱਚ ਬੈਕਗਰਾਉਂਡ ਪਿਕਚਰ ਲਗਾਉਣ ਲਈ ਕਰ ਸਕਦੇ ਹਾਂ। ਉਦਾਹਰਨ ਵਜੋਂ ਅਸੀਂ ਇਸ ਟੈਗ ਦੇਖਾਂਗੇ ਬੋਡੀ ਸਪੇਸ ਦੇ ਕੇ ਬੈਕਗਰਾਉਂਡ ਇਕੁਅਲ ਟੂ ਡਬਲ ਕੋਟੇਸ਼ਨ ਮਾਰਕਸ 'ਚ ਅਸੀਂ ਜਿਹੜੇ ਵੀ ਪਿਕਚਰ ਅਸੀਂ ਆਪਣੀ ਵੈਬ ਪੇਜ ਦੀ ਬੈਕਗਰਾਉਂਡ 'ਤੇ ਲਗਾਉਣਾ ਚਾਹੁੰਦੇ ਹਾਂ ਉਸ ਦਾ ਪੂਰਾ ਪਾਥ ਅਸੀਂ ਇੱਥੇ ਦੇਖ ਸਕਦੇ ਹਾਂ। ਜਿੱਦਾਂ ਇੱਥੇ ਅਸੀਂ ਈਮੇਜ ਦਾ ਨਾਮ ਲਿਖਤਾ apabg.jpg। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਫਾਰਮੈਟ ਦੀ ਜਿਹੜੀ ਫੋਟੋ ਹੈ ਉਹ ਵੀ ਤੁਸੀਂ ਆਪਣੀ ਵੈਬ ਪੇਜ ਦੀ ਬੈਕਗਰਾਉਂਡ 'ਤੇ ਲਗਾ ਸਕਦੇ ਹੋ, ਜਿੱਦਾਂ JPG, PNG, BMB ਵਗੈਰਾ। ਉਸ ਤੋਂ ਬਾਅਦ ਬੋਡੀ ਟੈਗ ਦਾ ਅਗਲਾ ਐਟਰੀਬਿਊਟ ਹੈ BG ਕਲਰ। ਇਸ ਐਟਰੀਬਿਊਟ ਦੀ ਵਰਤੋਂ ਪੇਜ ਦੇ ਬੈਕਗਰਾਉਂਡ ਕਲਰ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਉਦਾਹਰਨ ਬੋਡੀ BG ਕਲਰ ਇਕੁਅਲ ਟੂ ਡਬਲ ਕੋਟੇਸ਼ਨ ਮਾਰਕਸ ਦੇ ਅੰਦਰ ਤੁਸੀਂ ਕਲਰ ਦਾ ਨੇਮ ਲਿਖ ਦੇਣਾ, ਜਿੱਦਾਂ ਗ੍ਰੀਨ, ਵਾਈਟ, ਬਲੂ, ਯੈਲੋ, ਪਿੰਕ, ਮੈਜੈਂਟਾ, ਕਾਫੀ ਸਾਰੇ ਕਲਰ ਹੈ। ਜਿਹੜਾ ਵੀ ਕਲਰ ਤੁਸੀਂ ਆਪਣੇ ਬੈਕਗਰਾਉਂਡ 'ਤੇ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ BG ਕਲਰ ਐਟਰੀਬਿਊਟ ਦੀ ਮਦਦ ਨਾਲ ਲਗਾ ਸਕਦੇ ਹੋ। ਉਸ ਤੋਂ ਬਾਅਦ ਟੈਕਸਟ ਐਟਰੀਬਿਊਟ। ਇਸ ਐਟਰੀਬਿਊਟ ਦੀ ਵਰਤੋਂ ਵੈਬ ਪੇਜ ਵਿੱਚ ਲਿਖੇ ਹੋਏ ਟੈਕਸਟ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ। ਮਤਲਬ ਬੋਡੀ ਵੈਬ ਪੇਜ ਦੇ ਬੋਡੀ ਵਿੱਚ ਤੁਸੀਂ ਜੋ ਵੀ ਟੈਕਸਟ ਲਿਖ ਰਹੇ ਹੋ ਉਸ ਦਾ ਕਲਰ ਤੁਸੀਂ ਟੈਕਸਟ ਐਟਰੀਬਿਊਟ ਰਾਹੀਂ ਸੈੱਟ ਕਰ ਸਕਦੇ ਹੋ। ਉਦਾਹਰਨ ਲਈ ਜਿੱਦਾਂ ਬੋਡੀ ਹੈ ਟੈਕਸਟ ਇਕੁਅਲ ਟੂ ਡਬਲ ਕੋਟੇਸ਼ਨ ਮਾਰਕਸ 'ਚ ਜਿਹੜਾ ਵੀ ਤੁਸੀਂ ਚਾਹੁੰਦੇ ਹੋ ਜਿਹੜਾ ਤੁਹਾਡਾ ਟੈਕਸਟ ਦਾ ਜਿਹੜਾ ਵੀ ਕਲਰ ਤੁਸੀਂ ਰੱਖਣਾ ਹੈ ਉਸ ਦਾ ਨਾਮ ਡਬਲ ਕੋਟੇਸ਼ਨ ਮਾਰਕਸ 'ਚ ਤੁਸੀਂ ਲਿਖ ਸਕਦੇ ਹੋ। ਉਸ ਤੋਂ ਬਾਅਦ ਅਸੀਂ ਪੜਾਂਗੇ HTML ਡਾਕੂਮੈਂਟ ਵਿੱਚ ਫਾਰਮੈਟਿੰਗ ਕਰਨ ਲਈ ਮੁੱਖ ਤੌਰ 'ਤੇ 5 ਤਰ੍ਹਾਂ ਦੇ ਟੈਗ ਵਰਤੇ ਜਾਂਦੇ ਹਨ। ਪਹਿਲਾ ਸਾਡੇ ਕੋਲ ਹੈਡਿੰਗ ਟੈਗ, ਦੂਸਰਾ ਫੌਂਟ ਟੈਗ, ਤੀਸਰਾ ਪੈਰਾਗ੍ਰਾਫ ਟੈਗ, ਉਸ ਤੋਂ ਬਾਅਦ ਹੈ ਬ੍ਰੇਕ ਟੈਗ, ਲਾਸਟ ਹੈ ਹੌਰੀਜ਼ੌਂਟਲ ਰੋ ਟੈਗ। ਪਹਿਲਾਂ ਅਸੀਂ ਗੱਲ ਕਰਾਂਗੇ ਹੈਡਿੰਗ ਟੈਗ ਦੀ। ਹੈਡਿੰਗ ਟੈਗ ਇੱਕ ਕੰਟੇਨਰ ਟੈਗ ਹੈ। ਇਸ ਦੀ ਵਰਤੋਂ ਹੈਡਿੰਗ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਕੁੱਲ 6 ਪੱਧਰ ਹੁੰਦੇ ਹਨ। ਹੈਡਿੰਗ ਨੂੰ 1 ਤੋਂ 6 ਪੱਧਰ ਤੱਕ ਅੰਕਿਤ ਕੀਤਾ ਜਾਂਦਾ ਹੈ। ਜਦੋਂ ਅਸੀਂ ਹੈਡਿੰਗ 1 ਤੋਂ ਹੈਡਿੰਗ 6 ਵੱਲ ਵੱਧਦੇ ਜਾਂਦੇ ਹਾਂ ਤਾਂ ਇਸ ਦਾ ਸਾਈਜ਼ ਘਟਦਾ ਜਾਂਦਾ ਹੈ। ਭਾਵ ਹੈਡਿੰਗ 1 ਦਾ ਜਿਹੜਾ ਸਾਈਜ਼ ਹੈ ਸਭ ਤੋਂ ਵੱਡਾ ਹੋਏਗਾ, ਹੈਡਿੰਗ 6 ਦਾ ਸਭ ਤੋਂ ਛੋਟਾ ਸਾਈਜ਼ ਹੋਏਗਾ। ਅਸੀਂ ਆਪਣੀ ਜ਼ਰੂਰਤ ਮੁਤਾਬਕ ਜਿਹੜਾ ਵੀ ਹੈਡਿੰਗ ਸਾਨੂੰ ਸਹੀ ਲੱਗਦਾ ਹੈ ਉਸ ਹੈਡਿੰਗ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਜਿਵੇਂ ਕਿਸੇ ਉਦਾਹਰਨ ਦਿੱਤੀ ਹੋਈ ਹੈ ਓਪਨਿੰਗ ਟੈਗ ਹੈਡਿੰਗ 1, ਜੋ ਤੁਸੀਂ ਜਿਸ ਟੈਕਸਟ ਨੂੰ ਤੁਸੀਂ ਹੈਡਿੰਗ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ ਇਸ ਵਿੱਚ ਲਿਖ ਦੇਣਾ ਵਾ। ਲਾਸਟ ਵਿੱਚ ਹੈਡਿੰਗ ਟੈਗ ਨੂੰ ਕਲੋਜ਼ ਕਰ ਦੇਣਾ। ਜਿਵੇਂ ਕਿ ਅਸੀਂ ਹੁਣ ਉਦਾਹਰਨ ਵੀ ਦੇ ਸਕਦੇ ਹਾਂ। ਅਸੀਂ ਬੋਡੀ ਦੇ ਵਿੱਚ H1 ਤੋਂ ਲੈ ਕੇ H6 ਤੱਕ ਵੱਖ-ਵੱਖ ਹੈਡਿੰਗ ਦੀ ਵਰਤੋਂ ਕੀਤੀ ਹੈ। ਜਿਵੇਂ ਹੁਣ ਅਸੀਂ ਇਸ ਦੇ ਨਤੀਜਾ ਵੇਖ ਸਕਦੇ ਹਾਂ। ਦਿਸ ਇਜ਼ ਹੈਡਿੰਗ 1, ਇਹ ਹੈਡਿੰਗ ਦਾ ਪੱਧਰ 1 ਹੈ। ਹੈਡਿੰਗ 2 ਦਾ ਪੱਧਰ ਹੈ। ਜਿਵੇਂ ਕਿ ਲਾਸਟ ਤੱਕ ਦੇਖ ਰਹੇ ਹੋ, ਜਿਵੇਂ ਜਿਵੇਂ ਅਸੀਂ ਵੱਖ-ਵੱਖ ਹੈਡਿੰਗ ਯੂਜ਼ ਕਰ ਰਹੇ ਹਾਂ ਉਹਨਾਂ ਸਾਈਜ਼ ਘਟਦਾ ਜਾ ਰਿਹਾ। ਅਸੀਂ ਆਪਣੇ ਵੈਬ ਪੇਜ 'ਚ ਜਦੋਂ ਕੋਈ ਪੈਰਾਗ੍ਰਾਫ ਜਾਂ ਕੁਝ ਲਿਖਣਾ ਚਾਹੁੰਦੇ ਹਾਂ ਤਾਂ ਉਸ ਦਾ ਜਿਹੜਾ ਹੈਡਿੰਗ ਹੈ ਉਹ ਅਸੀਂ ਇਸ ਆਪਣੀ ਜ਼ਰੂਰਤ ਮੁਤਾਬਕ ਸੈੱਟ ਕਰ ਸਕਦੇ ਹਾਂ। ਅਗਲਾ ਹੈ ਹੈਡਿੰਗ ਟੈਗ ਦੇ ਐਟਰੀਬਿਊਟ। ਹੁਣ ਅਸੀਂ ਦੇਖਾਂਗੇ ਅਸੀਂ ਹੈਡਿੰਗ ਟੈਗ ਦੇ ਕਿਹੜੇ ਐਟਰੀਬਿਊਟ ਸੈੱਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਟੈਗ ਹੈ ਅਲਾਈਨ। ਹੈਡਿੰਗ ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਟੈਕਸਟ ਦੀ ਅਲਾਈਨਮੈਂਟ ਜਾਂ ਇਕਸਾਰਤਾ ਨੂੰ ਸੈੱਟ ਕਰਦਾ ਹੈ। ਅਲਾਈਨ ਐਟਰੀਬਿਊਟ 3 ਤਰ੍ਹਾਂ ਦੇ ਹੁੰਦੇ ਹਨ, ਲੈਫਟ, ਸੈਂਟਰ ਅਤੇ ਰਾਈਟ। ਉਦਾਹਰਨ ਲਈ
H1 ਅਲਾਈਨ ਇਕੁਅਲ ਟੂ ਡਬਲ ਕੋਟੇਸ਼ਨ ਮਾਰਕ ਦੇ ਅੰਦਰ ਅਸੀਂ ਉਸ ਦੀ ਅਲਾਈਨਮੈਂਟ ਸੈੱਟ ਕਰ ਦਿਆਂਗੇ। ਇਹਦਾ ਲੈਫਟ ਰਾਈਟ ਸੈਂਟਰ। ਲੈਫਟ ਕਰਨਾ ਕੀ ਹੋਏਗਾ, ਜੋ ਵੀ ਸਾਡਾ ਹੈਡਿੰਗ ਹੋਏਗਾ ਉਹ ਪੇਜ ਦੇ ਖੱਬੇ ਪਾਸੇ ਆ ਜਾਏਗਾ। ਸੈਂਟਰ ਅਲਾਈਨਮੈਂਟ ਸੈੱਟ ਕਰਨ ਦੇ ਨਾਲ ਜਿਹੜਾ ਸਾਡਾ ਹੈਡਿੰਗ ਹੈ ਉਹ ਪੇਜ ਦੇ ਵਿਚਕਾਰ ਆ ਜਾਏਗਾ, ਔਰ ਰਾਈਟ ਕਰਨ ਨਾਲ ਜਿਹੜਾ ਸਾਡਾ ਹੈਡਿੰਗ ਆ ਉਹ ਸੱਜੇ ਪਾਸੇ ਚਲਾ ਜਾਏਗਾ। ਜਿਵੇਂ ਕਿ ਅਸੀਂ ਇਸ ਐਗਜ਼ਾਮਪਲ ਵਿੱਚ ਦੇਖ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਹੈਡਿੰਗ 1 ਤੇ ਅਲਾਈਨਮੈਂਟ ਸੈੱਟ ਕੀਤੀ ਹੈ ਲੈਫਟ। ਬਾਈ ਡਿਫਾਲਟ ਜਦੋਂ ਆਪਾਂ ਹੈਡਿੰਗ ਲਗਾਉਂਦੇ ਹਾਂ ਉਸ ਦੀ ਅਲਾਈਨਮੈਂਟ ਲੈਫਟ ਹੀ ਰਹਿੰਦੀ ਹੈ। ਹੁਣ ਜਿਵੇਂ ਕਿ ਅਸੀਂ ਇਸ ਵਿੱਚ ਦੇਖ ਸਕਦੇ ਹਾਂ, ਅਸੀਂ ਲੈਫਟ ਅਲਾਈਨਮੈਂਟ ਸੈੱਟ ਕੀਤੀ ਹੈ, ਜਿਹੜਾ ਹੈਡਿੰਗ 1 ਆ ਉਹ ਖੱਬੇ ਪਾਸੇ ਆ ਰਿਹਾ। ਹੈਡਿੰਗ 2 ਵਿੱਚ ਅਸੀਂ ਅਲਾਈਨਮੈਂਟ ਸੈੱਟ ਕੀਤੀ ਹੋਈ ਹੈ ਸੈਂਟਰ, ਤੇ ਜਿਹੜਾ ਹੈਡਿੰਗ 2 ਹੈ ਉਹ ਪੇਜ ਦੇ ਵਿਚਕਾਰ ਆ ਰਿਹਾ ਹੈ। ਉਸ ਤੋਂ ਬਾਅਦ ਤੀਸਰਾ ਹੈਡਿੰਗ ਹੈ H3, ਇਸ ਦੀ ਅਸੀਂ ਅਲਾਈਨਮੈਂਟ ਸੈੱਟ ਕੀਤੀ ਹੈ ਰਾਈਟ, ਇਸ ਕਰਕੇ ਹੈਡਿੰਗ ਰਾਈਟ 'ਤੇ ਚਲਾ ਗਿਆ। ਉਸੇ ਤਰ੍ਹਾਂ H4 ਨੂੰ ਆਪਾਂ ਖੱਬੇ ਪਾਸੇ ਕੀਤਾ, ਖੱਬੇ ਪਾਸੇ ਆ ਗਿਆ। H5 ਹੈਡਿੰਗ ਦੀ ਅਲਾਈਨਮੈਂਟ ਆਪਾਂ ਸੈਂਟਰ ਕੀਤੀ ਹੈ, ਇਹ ਸੈਂਟਰ ਚਲਾ ਗਿਆ। H6 ਟੈਗ ਦੀ ਅਸੀਂ ਅਲਾਈਨਮੈਂਟ ਜਿਹੜੀ ਆ ਉਹ ਰਾਈਟ ਕੀਤੀ ਹੋਈ ਹੈ, ਜਿਹੜਾ ਹੈਡਿੰਗ 6 ਆ ਉਹ ਸੱਜੇ ਪਾਸੇ ਚਲਾ ਗਿਆ। ਤਾਂ ਇਸ ਤਰ੍ਹਾਂ ਅਸੀਂ ਆਪਣੀ ਜ਼ਰੂਰਤ ਮੁਤਾਬਕ ਹੈਡਿੰਗ ਦੇ ਪੱਧਰ ਚੁਣ ਸਕਦੇ ਹਾਂ ਅਤੇ ਹੈਡਿੰਗ ਦੀ ਦਿੱਖ ਨੂੰ ਸੈੱਟ ਕਰ ਸਕਦੇ ਹਾਂ ਕਿ ਉਸਨੂੰ ਖੱਬੇ ਪਾਸੇ ਸ਼ੋ ਕਰਨਾ ਹੈ, ਸੈਂਟਰ 'ਚ ਸ਼ੋ ਕਰਨਾ ਹੈ, ਸੱਜੇ ਪਾਸੇ ਸ਼ੋ ਕਰਨਾ। ਹੁਣ ਅਗਲਾ ਅਸੀਂ ਟੈਗ ਪੜਾਂਗੇ ਫੌਂਟ ਟੈਗ। ਫੌਂਟ ਟੈਕਸਟ ਦਾ ਪਹਿਲਾਂ ਤੋਂ ਪਰਿਭਾਸ਼ਿਤ ਸਟਾਈਲ ਜਾਂ ਬਣਤਰ ਅਤੇ ਸਾਈਜ਼ ਹੁੰਦਾ ਹੈ, ਜੋ ਕਿ ਵੈਬ ਪੇਜ ਵਿੱਚ ਸਾਡੇ ਡਾਟੇ ਨੂੰ ਫਾਰਮੈਟ ਕਰਨ ਵਿੱਚ ਮਦਦ ਕਰਦਾ ਹੈ। ਫੌਂਟ ਦੀਆਂ ਮੁੱਖ 4 ਐਟਰੀਬਿਊਟ ਹਨ। ਪਹਿਲਾ ਹੈ ਫੌਂਟ ਸਟਾਈਲ, ਦੂਸਰਾ ਹੈਗਾ ਫੌਂਟ ਫੇਸ, ਤੀਸਰਾ ਹੈ ਫੌਂਟ ਕਲਰ, ਚੌਥਾ ਹੈ ਫੌਂਟ ਸਾਈਜ਼। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਫੌਂਟ ਟੈਗ ਐਟਰੀਬਿਊਟ। ਜਿਹੜਾ ਫੌਂਟ ਸਟਾਈਲ ਟੈਗ ਹੈ ਐਟਰੀਬਿਊਟ ਹੈ, ਇਹ ਦੱਸਦਾ ਹੈ ਫੌਂਟ ਸਟਾਈਲ ਨੂੰ ਆਮ ਤੌਰ 'ਤੇ 3 ਤਰੀਕਿਆਂ ਨਾਲ ਅਸੀਂ ਬਦਲ ਸਕਦੇ ਹਾਂ। ਪਹਿਲਾ ਹੈ ਬੋਲਡ, ਇਟੈਲਿਕ, ਅੰਡਰਲਾਈਨ। ਜਿਵੇਂ ਕਿ ਅਸੀਂ ਹੁਣੇ ਪਿੱਛੇ ਪੜ੍ਹਿਆ ਸੀ, ਬੋਲਡ ਕੀ ਕਰਦਾ ਹੈ, ਟੈਕਸਟ ਨੂੰ ਮੋਟਾ ਕਰ ਦਿੰਦਾ। ਇਟੈਲਿਕ ਟੈਕਸਟ ਨੂੰ ਥੋੜ੍ਹਾ ਤਿਰਛਾ ਕਰ ਦਿੰਦਾ। ਅੰਡਰਲਾਈਨ ਟੈਕਸਟ ਦੇ ਹੇਠਾਂ ਇੱਕ ਲਾਈਨ ਲਗਾ ਦਿੰਦਾ ਹੈ। ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ, ਅਸੀਂ ਇੱਕ ਪੈਰਾਗ੍ਰਾਫ ਲਿਆ, ਇਹਦੇ ਵਿੱਚ ਅਸੀਂ ਫੋਲੋਇੰਗ ਨੂੰ ਬੋਲਡ ਟੈਕਸਟ ਦੇ ਅੰਦਰ ਰੱਖਤਾ, ਯੂਜ਼ਿਸ ਨੂੰ ਆਈ ਟੈਕਸਟ ਦੇ ਅੰਦਰ ਰੱਖ ਦਿੱਤਾ ਹੈ, ਅੰਡਰਲਾਈਨ ਨੂੰ ਆਪਾਂ ਯੂ ਟੈਗ ਦੇ ਅੰਦਰ ਰੱਖ ਦਿੱਤਾ ਹੈ। ਤੇ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ HTML ਪ੍ਰੋਗਰਾਮ ਨੂੰ ਪ੍ਰਿੰਟ ਕਰਾਂਗੇ ਵੈਬ ਪੇਜ ਦੀ ਮਦਦ ਨਾਲ, ਵੈਬ ਬਰਾਊਜ਼ਰ ਦੀ ਮਦਦ ਨਾਲ, ਤਾਂ ਕੁਝ ਇਸ ਤਰ੍ਹਾਂ ਜਿਹੜਾ ਆਊਟਪੁੱਟ ਆ ਉਹ ਨਜ਼ਰ ਆਏਗੀ। ਫੋਲੋਇੰਗ ਬੋਲਡ ਹੋ ਗਿਆ, ਯੂਜ਼ਿਸ ਇਸ ਤੇ ਆਪਾਂ ਇਟੈਲਿਕ ਟੈਗ ਲਗਾਇਆ ਸੀ ਤਾਂ ਤੀਜਾ ਹੋ ਗਿਆ, ਅੰਡਰਲਾਈਨ ਜਿਹੜਾ ਉਸ 'ਤੇ ਥੱਲੇ ਇੱਕ ਅੰਡਰਲਾਈਨ ਆ ਗਈ। ਅਗਲਾ ਸਾਡੇ ਕੋਲ ਟੈਗ ਹੈ ਫੌਂਟ ਟੈਗ ਦਾ ਐਟਰੀਬਿਊਟ ਹੈਗਾ ਫੌਂਟ ਫੇਸ। ਫੌਂਟ ਫੇਸ ਦੱਸਦਾ ਹੈ ਵੀ ਤੁਸੀਂ ਆਪਣੇ ਟੈਕਸਟ ਦਾ ਜਿਹੜੇ ਅੱਖਰ ਹੈ ਉਹਨਾਂ ਦੀ ਬਣਾਵਟ ਨੂੰ ਇਸ ਤਰ੍ਹਾਂ ਹੀ ਬਦਲ ਸਕਦੇ ਹੋ। ਜਿਵੇਂ ਕਿ ਇਸ ਦੀ ਉਦਾਹਰਨ ਅਸੀਂ ਦੇਖ ਲੈਂਦੇ ਹਾਂ। ਫੌਂਟ ਫੇਸ ਦੱਸਦਾ ਹੈ ਉਸਦਾ ਫੌਂਟ ਏਰੀਅਲ। ਉਸ ਤੋਂ ਬਾਅਦ ਜਿਸ ਟੈਕਸਟ ਤੁਸੀਂ ਅਪਲਾਈ ਕਰਨਾ ਹੈ ਉਸ ਨੂੰ ਤੁਸੀਂ ਫੌਂਟ ਦੇ ਓਪਨਿੰਗ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖ ਦੇਣਾ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਸਕਦੇ ਹਾਂ, ਫੌਂਟ ਫੇਸ ਏਰੀਅਲ। ਕੰਪਿਊਟਰ ਸਾਇੰਸ ਫੌਂਟ ਟੈਗ ਨੂੰ ਅਸੀਂ ਬੰਦ ਕਰ ਦਿੱਤਾ, ਪੈਰਾਗ੍ਰਾਫ ਟੈਗ ਨੂੰ ਵੀ ਅਸੀਂ ਬੰਦ ਕਰ ਦਿੱਤਾ ਕਿਉਂਕਿ ਇਹ ਹੀ ਕੰਟੇਨਰ ਟੈਗ। ਉਸ ਤੋਂ ਬਾਅਦ ਅਸੀਂ ਇੱਕ ਹੋਰ ਪੈਰਾਗ੍ਰਾਫ ਲਿਆ, ਉਹਦੇ ਵਿੱਚ ਅਸੀਂ ਅਗਲਾ ਫੌਂਟ ਫੇਸ ਲਗਾਤਾ ਟਾਈਮਸ ਨਿਊ ਰੋਮਨ। ਕੰਪਿਊਟਰ ਸਾਇੰਸ ਫੌਂਟ ਟੈਗ ਪੈਰਾਗ੍ਰਾਫ ਟੈਗ ਨੂੰ ਬੰਦ ਕਰ ਦਿੱਤਾ। ਇਸ ਤਰ੍ਹਾਂ ਅਸੀਂ ਆਊਟਪੁੱਟ ਦੇਖ ਸਕਦੇ ਹਾਂ, ਤੁਸੀਂ ਦੋਵਾਂ ਵਿੱਚ ਅੰਤਰ ਪਤਾ ਕਰ ਸਕਦੇ ਹੋ। ਇਹ ਪਹਿਲਾ ਜਿਹੜਾ ਕੰਪਿਊਟਰ ਸਾਇੰਸ ਟੈਕਸਟ ਹੈ ਉਸ ਦੇ ਉੱਪਰ ਫੌਂਟ ਫੇਸ ਲੱਗਾ ਹੋਇਆ ਏਰੀਅਲ, ਦੂਸਰੇ ਟੈਕਸਟ ਦੇ ਉੱਪਰ ਸਾਡੇ ਕੋਲ ਫੌਂਟ ਫੇਸ ਲੱਗਾ ਹੋਇਆ ਟਾਈਮਸ ਨਿਊ ਰੋਮਨ। ਇਸ ਤਰ੍ਹਾਂ ਤੁਸੀਂ ਆਪਣੇ ਫੌਂਟ ਫੇਸ ਦੀ ਲਿਸਟ ਵਿੱਚੋਂ ਜਿਹੜਾ ਵੀ ਫੌਂਟ ਤੁਸੀਂ ਆਪਣੇ ਪੈਰਾਗ੍ਰਾਫ ਜਾਂ ਹੈਡਿੰਗ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਉਸ ਦੀ ਤੁਸੀਂ ਚੋਣ ਕਰਕੇ ਫੌਂਟ ਫੇਸ ਰਾਹੀਂ ਤੁਸੀਂ ਆਪਣੇ ਪੈਰਾਗ੍ਰਾਫ ਜਾਂ ਹੈਡਿੰਗ ਦੇ ਫੌਂਟ ਫੇਸ ਨੂੰ ਚੇਂਜ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਫੌਂਟ ਕਲਰ ਐਟਰੀਬਿਊਟ। ਫੌਂਟ ਕਲਰ ਐਟਰੀਬਿਊਟ ਰਾਹੀਂ ਅਸੀਂ ਟੈਕਸਟ ਦਾ ਰੰਗ ਬਦਲ ਸਕਦੇ ਹਾਂ। ਜਿਵੇਂ ਕਿ ਤੁਸੀਂ ਉਦਾਹਰਨ ਵਿੱਚ ਦੇਖ ਪਾ ਰਹੇ ਹੋ, ਫੌਂਟ ਕਲਰ ਇਕੁਅਲ ਟੂ ਡਬਲ ਕੋਟੇਸ਼ਨ ਮਾਰਕ 'ਚ ਤੁਸੀਂ ਉਸ ਕਲਰ ਦਾ ਨੇਮ ਦੇ ਦੇਣਾ। ਜਿਹੜਾ ਕਲਰ ਤੁਸੀਂ ਆਪਣੇ
ਪੈਰਾਗ੍ਰਾਫ ਜਾਂ ਹੈਡਿੰਗ ਉੱਪਰ ਅਪਲਾਈ ਕਰਨਾ ਚਾਹੁੰਦੇ ਹੋ। ਜਿਵੇਂ ਕਿ ਅਸੀਂ ਇਸ ਵਿੱਚ ਟੈਕਸਟ ਦਾ ਨਾਮ ਲਿਖਿਆ ਹੋਇਆ ਕੰਪਿਊਟਰ ਸਾਇੰਸ ਫੌਂਟ, ਤੇ ਕੀ ਕਰੇਗਾ, ਕੰਪਿਊਟਰ ਸਾਇੰਸ ਟੈਕਸਟ ਦਾ ਜਿਹੜਾ ਕਲਰ ਆ ਉਹ ਰੈੱਡ ਕਰ ਦੇਵੇਗਾ। ਜਿਵੇਂ ਕਿ ਅਸੀਂ ਇਸ ਐਗਜ਼ਾਮਪਲ ਵਿੱਚ ਦੇਖ ਸਕਦੇ ਹਾਂ, ਪਹਿਲੇ ਪੈਰਾਗ੍ਰਾਫ ਤੇ ਅਸੀਂ ਕਲਰ ਲਗਾਤਾ ਰੈੱਡ, ਬਾਕੀ ਸਾਰਾ ਉੱਦਾਂ ਹੀ ਹੈ। ਦੂਸਰੇ ਅਸੀਂ ਪੈਰਾਗ੍ਰਾਫ ਤੇ ਉਸਦਾ ਕਲਰ ਲਗਾ ਦਿੱਤਾ ਹੈ ਬਲੂ। ਹੁਣ ਜਦੋਂ ਅਸੀਂ ਇਸ ਨੂੰ ਵੈਬ ਪੇਜ ਦੀ ਮਦਦ ਨਾਲ ਰਨ ਕਰਕੇ ਦੇਖਾਂਗੇ ਤਾਂ ਕੰਪਿਊਟਰ ਸਾਇੰਸ ਦਾ ਜਿਹੜਾ ਕਲਰ ਆ ਉਹ ਕੀ ਹੋ ਗਿਆ, ਰੈੱਡ ਹੋ ਗਿਆ। ਉਸੇ ਤਰ੍ਹਾਂ ਟਾਈਮਸ ਨਿਊ ਰੋਮਨ ਜਿਹੜਾ ਫੌਂਟ ਫੇਸ ਹੈ ਕੰਪਿਊਟਰ ਸਾਇੰਸ, ਉਸ ਦਾ ਕਲਰ ਬਲੂ ਹੋ ਗਿਆ। ਇਸ ਤਰ੍ਹਾਂ ਤੁਸੀਂ ਜਿਹੜਾ ਵੀ ਕਲਰ ਆਪਣੇ ਟੈਕਸਟ ਤੇ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਅਗਲਾ ਸਾਡੇ ਕੋਲ ਫੌਂਟ ਹੈ, ਐਟਰੀਬਿਊਟ ਹੈ ਫੌਂਟ ਸਾਈਜ਼। ਫੌਂਟ ਸਾਈਜ਼ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੈਕਸਟ ਦਾ ਆਕਾਰ ਵਧਾ ਸਕਦੇ ਹਾਂ। ਇਸ ਵਿੱਚ ਕੁੱਲ 1 ਤੋਂ 6, 1 ਤੋਂ 7 ਤੱਕ ਮੁੱਲ ਤੱਕ ਟੈਕਸਟ ਦਾ ਸਾਈਜ਼ ਵਧਾਇਆ ਜਾ ਸਕਦਾ ਹੈ। ਉਦਾਹਰਨ ਲਈ ਫੌਂਟ ਸਾਈਜ਼ ਇਕੁਅਲ ਟੂ ਡਬਲ ਕੋਟੇਸ਼ਨ ਮਾਰਕ 'ਚ ਤੁਸੀਂ ਆਪਣਾ ਫੌਂਟ ਦਾ ਸਾਈਜ਼ ਦੇ ਦੋਗੇ, ਕਿਸ ਸਾਈਜ਼ ਤੱਕ ਤੁਸੀਂ ਆਪਣੇ ਫੌਂਟ ਟੈਕਸਟ ਦਾ ਸਾਈਜ਼ ਜਿਹੜਾ ਵਧਾਉਣਾ ਚਾਹੁੰਦੇ ਹੋ। ਜਿਵੇਂ ਕਿ ਅਸੀਂ ਇਸ ਵਿੱਚ ਪਹਿਲੇ ਪੈਰਾਗ੍ਰਾਫ ਵਿੱਚ ਅਸੀਂ ਉਸਦਾ ਸਾਈਜ਼ ਸੈੱਟ ਕੀਤਾ ਹੋਇਆ 3, ਦੂਸਰੇ ਪੈਰਾਗ੍ਰਾਫ ਵਿੱਚ ਅਸੀਂ ਆਪਣੇ ਫੌਂਟ ਦਾ ਸਾਈਜ਼ ਸੈੱਟ ਕੀਤਾ ਹੋਇਆ 3। ਜਿਵੇਂ ਕਿ ਤੁਸੀਂ ਵੈਬ ਪੇਜ ਦੇ ਨਤੀਜੇ ਵਿੱਚ ਵੇਖ ਸਕਦੇ ਹੋ ਕਿ ਦੋਵੇਂ ਜਿਹੜਾ ਸਾਈਜ਼ ਹੈ ਫੌਂਟ ਦਾ ਉਹ 3 ਆਕਾਰ ਤੱਕ ਵੱਧ ਚੁੱਕਿਆ ਹੈ।